ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਤ ਬੰਦੋਂ ਕਰੇ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ ਜੋ ਮਹਾਰਾਜ ਜੀ ਨੇ ਸ਼ਾਮ ਦੇ ਸਮੇਂ ਸਤਸੰਗ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਜੋ ਗੁਰੂ ਮਹਾਰਾਜ ਦੇ ਦਰ ਘਰ ਦੀ ਮਰਜ਼ਾਦਾ ਕਿ ਸ਼ਾਮ ਦੇ ਸਮੇਂ ਇਤਿਹਾਸ ਦੀ ਕਥਾ ਦਾ ਸਮਾਂ ਹੈ। ਬਹੁਤ ਹੀ ਸਤਿਕਾਰਯੋਗ ਸ੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ ਜੋ ਕਿ ਤ੍ਰੇਹਣ ਬੰਸ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ 12ਵੀਂ ਪੀੜ੍ਹੀ ਵਿੱਚ ਪੈਦਾ ਹੋਏ ਮਹਾਨ ਵਿਦਵਾਨ ਸਨ, ਜਿਨ੍ਹਾਂ ਦੁਆਰਾ ਰਚਿਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਜਿਸ ਦੀ ਲੜੀਵਾਰ ਕਥਾ ਚੱਲ ਰਹੀ ਹੈ ਗੁਰਪੁਰੀ। ਇਸ ਗ੍ਰੰਥ ਦਾ ਨਾਂ ਰੱਖਿਆ ਗੁਰਪੁਰ ਪ੍ਰਕਾਸ਼ ਕਿ ਜੋ ਭਾਈ ਇਹ ਗ੍ਰੰਥ ਹੈ ਇਹ ਇੱਕ ਤਰ੍ਹਾਂ ਨਾਲ ਪੁਰੀ ਹੈ, ਸ਼ਹਿਰ ਹੈ। ਫਿਰ ਸ਼ਹਿਰ ਦੇ ਵਿੱਚ ਮਹੱਲੇ ਹੁੰਦੇ ਹਨ। ਇਉਂ ਦਸਾਂ ਪਾਤਸ਼ਾਹੀਆਂ ਦੇ ਇਤਿਹਾਸ ਨੂੰ ਸੰਤ ਨੈਣ ਜੀ ਨੇ 10 ਮਹੱਲਿਆਂ ਨਾਲ ਸੰਬੋਧਨ ਕੀਤਾ। ਫਿਰ ਭਾਈ ਇੱਕ ਮਹੱਲੇ ਵਿੱਚ ਕਿੰਨੇ ਘਰ ਹੁੰਦੇ ਆ। ਇਹ ਜਿਹੜੇ ਪ੍ਰਸੰਗ ਨੇ ਇਹਨਾਂ ਪ੍ਰਸੰਗਾਂ ਨੂੰ ਅਧਿਆਇਆਂ ਨੂੰ ਘਰਾਂ ਦਾ ਰੂਪ ਜਿਹੜਾ ਹੈ ਉਹ ਦਿੱਤਾ ਹੈ ਕਿ ਇਸ ਤਰ੍ਹਾਂ ਜੋ ਧੰਨ ਗੁਰੂ ਅਮਰਦਾਸ ਤ੍ਰਿਤੀਆ ਮਹੱਲੇ ਦੇ ਪ੍ਰਸੰਗ, ਤੀਜੇ ਮਹੱਲੇ ਦੇ ਆਪਾਂ ਕੱਲ 7ਵੇਂ ਘਰ ਦਾ ਪ੍ਰਸੰਗ ਇਹ ਸਰਵਣ ਕੀਤਾ ਕਿ ਜਿਹੜਾ ਤੇਈਆ ਤਾਪ ਕਿਵੇਂ ਉਹ ਘਟਨਾ ਹੋਈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕੋਲੋਂ ਫਿਰ ਡੱਲੇ ਨਗਰ ਦੇ ਰਹਿਣ ਵਾਲੇ ਭਾਈ ਲਾਲੋ ਉਸ ਤੇਈਏ ਨੂੰ ਜਿਹੜਾ ਬਾਲਕ ਰੂਪ ਦੇ ਵਿੱਚ ਸੀ ਲੈ ਕੇ ਆਏ। ਫਿਰ ਉਹ ਧੋਬੀ ਨੂੰ ਕਿਵੇਂ ਹੋਇਆ ਹੈ ਬੁਖਾਰ ਚੜਿਆ। ਇਹ ਸਾਰੀ ਜਿਹੜੀ ਘਟਨਾ ਕਿ ਫਿਰ ਭਾਈ ਲਾਲੋ ਕਹਿਣ ਲੱਗੇ ਭਾਈ ਤੂੰ ਮੈਂ ਤਾਂ ਤੈਨੂੰ ਬਾਲਕ ਸਮਝ ਕੇ ਤਰਸ ਕੀਤਾ ਸੀ, ਤੂੰ ਤੇ ਬੁਰੀ ਬਲਾ ਹੈ।
ਚੱਲ ਤੈਨੂੰ ਗੁਰੂ ਅਮਰਦਾਸ ਮਹਾਰਾਜ ਕੋਲੇ ਹੀ ਕੈਦ ਕਰਾਇਆ ਉਹਨੇ। ਫੇਰ ਬੇਨਤੀ ਕੀਤੀ, ਭਾਈ ਲਾਲੋ ਤੂੰ ਪਰਉਪਕਾਰੀ ਮਹਾਂਪੁਰਸ਼ ਹੈ, ਕਿਰਪਾ ਕਰ, ਮੈਂ ਵਾਅਦਾ ਕਰਦਾ ਮੈਨੂੰ ਗੋਇੰਦਵਾਲ ਨਾ ਲੈ ਕੇ ਜਾ। ਜਿੱਥੇ ਵੀ ਕੋਈ ਇਹ ਜੋ ਪ੍ਰਸੰਗ ਹੋਇਆ ਸਾਖੀ, ਅਗਰ ਕਿਸੇ ਨੂੰ ਮੈਂ ਹੋਇਆ ਹੂੰ ਤਈਆ ਤਾਪ, ਕਹਿੰਦਾ ਉੱਥੇ ਇਹ ਸੁਣਾ ਦੇਵੇਗਾ। ਉਪਰੰਤ ਤਾਂ ਫਿਰ ਜਿਹੜਾ ਹੈ ਤਈਆ ਤਾਪ ਕਹਿੰਦਾ ਮੈਂ ਉੱਥੇ ਰਹਾਂਗਾ ਨਹੀਂ। ਫਿਰ ਸੰਤ ਰੇਣ ਜੀ ਨੇ ਮਰਜ਼ਾਦਾ ਵੀ ਦੱਸੀ ਕਿ ਇਸ ਤਰ੍ਹਾਂ ਭਾਈ ਅਗਰ ਕਿਸੇ ਨੂੰ ਤਈਆ ਤਾਪ ਹੋ ਜੇ, ਤਈਆ ਤਾਪ ਆਏ ਜਿਸ ਭਾਈ ਕਥਾ ਸੁਨੈ ਮਨ ਚਿੱਤ ਕੋ ਲਾਈ, ਉਹ ਇਹ ਪ੍ਰਸੰਗ ਮਨ ਚਿੱਤ ਲਾ ਕੇ ਸੁਣੇ। ਤੇ ਮਰਜ਼ਾਦਾ ਕੀ ਹੈ, ਗੇਹੂ ਚੂਨ ਸਵਾ ਸਿਰ ਲਹੈ, ਸਵਾ ਸੇਰ ਆਟਾ ਲੈਣਾ ਹੈ, ਸਵਾ ਪਾਉ ਰਸ ਈਖ ਮਿਲਹਿ, ਤੇ ਸਵਾ ਪਾਈਆ ਇਹਦੇ ਵਿੱਚ ਜਿਹੜਾ ਹੈ ਗੁੜ ਘੋਲ ਕੇ ਪਾਣੀ ਵਿੱਚ ਉਹਦੇ ਨਾਲ ਇਹ ਗੁੰਨਣਾ ਹੈ। ਸਵਾ ਛਟਾਂਕ ਸੋ ਕਿਰਤ ਮਿਲਾਵੈ, ਤੇ ਸਵਾ ਛਟਾਂਕ ਇਹਦੇ ਵਿੱਚ ਭਾਈ ਘਿਓ ਮਿਲਾਉਣਾ ਹੈ। ਇੱਕ ਛਟਾਂਕ 4 ਛਟਾਂਕਾਂ ਦਾ ਇੱਥੇ ਸੰਤ ਰੇਣ ਜੀ ਨੇ ਪਾਈਆ ਲਿਖਿਆ ਹੈ, ਤੇ 5 ਛਟਾਂਕਾਂ ਬਣ ਗਈਆਂ ਸਵਾ ਪਾਈਆ ਗੁੜ, ਤੇ ਸਵਾ ਛਟਾਂਕ ਘਿਓ ਲਿਖਿਆ। ਇਹ ਵਿੱਚ ਪਾ ਕੇ ਇਉਂ ਸਵਾ ਸੇਰ ਆਟਾ ਗੁੰਨ ਕੇ ਅੱਗੇ ਪੁਰਾਣੇ ਸਮਿਆਂ ਵਿੱਚ ਜਿਹੜਾ ਹੈ ਉਹ ਵੱਡਾ ਰੋਟ ਬਣ ਜਾਂਦਾ, ਉਹ ਪਕਾਉਂਦੇ ਹੁੰਦੇ ਸੀ। ਤੇ ਇਹ ਵੱਖ-ਵੱਖ ਧਰਮਾਂ ਵਿੱਚ ਹੈ। ਮੁਸਲਮਾਨ ਆਪਣੀ ਰੀਤੀ ਮੁਤਾਬਕ ਆਪਣੇ ਕਿਸੇ ਮਰਜ਼ਾਦਾ ਨੂੰ ਰੱਖ ਕੇ, ਸਨਾਤਨ ਹਿੰਦੂ ਧਰਮ ਵਿੱਚ ਉਹ ਹਨੂਮਾਨ ਦਾ ਬਣਾ ਲੈਂਦੇ ਸੀ। ਲੇਕਿਨ ਗੁਰਮਤ ਦੇ ਵਿੱਚ ਗੁਰਮੁਖੋ ਜਿਹੜਾ ਹੈ ਗੁਰੂ ਘਰ ਦੇ ਵਿੱਚ ਨਿਰੰਕਾਰ ਗੁਰੂ ਦੀ ਪੂਜਾ ਹੈ। ਇਸ ਕਰਕੇ ਉਹਨਾਂ ਵਹਿਮਾਂ 'ਚ ਨਹੀਂ ਪੈਣਾ। ਇਹ ਤੇ ਇੱਕ ਕਿਸੇ ਨੂੰ ਅਗਰ ਹੋਇਆ ਤਾਂ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਨ ਲਈ, ਉਹ ਤਾਂ ਇੱਕ ਪਦਾਰਥ ਹੈ ਛਕਣ ਵਾਲਾ, ਉਹ ਹੋਰ ਕੋਈ ਇਹ ਨਹੀਂ ਹੈ ਵੀ ਕਿਸੇ ਦਾ ਸਪੈਸ਼ਲ ਹੁੰਦਾ, ਉਹ ਇੱਕ ਪਦਾਰਥ ਬਣ ਜਾਂਦਾ। ਤੇ ਉਹ ਫਿਰ ਮਰਜ਼ਾਦਾ ਦੱਸੀ ਕਿ ਬਣਾ ਕਰਕੇ ਗੁਰੂ ਅਮਰਦਾਸ ਮਹਾਰਾਜ ਨਾਮ ਲੈ ਕੇ ਅਰਦਾਸ ਕਰਕੇ ਫਿਰ ਭਾਈ ਲਾਲੋ ਜੀ ਦਾ ਨਾਮ ਲੈਣਾ। ਲੈ ਭਾਈ ਲਾਲੋ ਆ ਰੋਟ ਪਕਾ ਲਿਆ ਤੇਰਾ। ਔਰ ਫਿਰ ਭਾਈ ਬੱਚਿਆਂ ਦੇ ਵਿੱਚ ਕਰ ਅਰਦਾਸ ਬਾਰਕਨ ਖੁਆਵੈ, ਸ੍ਰੀ ਗੁਰ ਅਮਰ ਨਾਮ ਕੋ ਧਿਆਵੈ। ਤੇ ਗੁਰੂ ਅਮਰਦਾਸ ਮਹਾਰਾਜ ਦਾ ਨਾਮ ਲੈਣਾ। ਸੇ ਜਵਰ ਤਈਏ ਤੇ ਮੁਚ ਜਾਵੈ, ਉਹ ਕਹਿੰਦੇ ਫਿਰ ਭਾਈ ਤਈਏ ਤਾਪ ਤੋਂ ਬਚ ਜੇਗਾ। ਕਬ ਅਸ ਗੁਰ ਚਰਨਨ ਬਲ ਜਾਵੈ। ਕਵੀ ਸੰਤ ਰੇਣ ਜੀ ਕਹਿੰਦੇ ਮੈਂ ਇਸੇ ਗੁਰੂ ਦੇ ਭਾਈ ਚਰਨਾਂ ਤੋਂ ਬਲਿਹਾਰ ਜਾਣਾ। ਇਹ ਪ੍ਰਸੰਗ ਆਪਾਂ 7ਵੇਂ ਘਰ ਦਾ ਸਰਵਣ ਕੀਤਾ। ਫਿਰ 8ਵੇਂ ਘਰ ਦੇ ਪ੍ਰਸੰਗ ਵਿੱਚ ਥੋੜਾ ਪ੍ਰਸੰਗ ਇੰਨਾ ਸਰਵਣ ਕੀਤਾ ਸੀ ਕਿ ਇੱਕ ਦਿਨ ਬਾਬਾ ਦਾਸੂ ਜੀ ਗੋਇੰਦਵਾਲ ਸਾਹਿਬ ਆਏ। ਉਹਨਾਂ ਗੁਰੂ ਅਮਰਦਾਸ ਮਹਾਰਾਜ ਨੂੰ ਬੇਨਤੀ ਕੀਤੀ ਵੀ ਮਹਾਰਾਜ ਸੰਗਤਾਂ ਹੌਲੀ ਹੌਲੀ ਆਉਂਦੀਆਂ, ਕੋਈ ਕਦੋਂ ਆਇਆ ਕੋਈ ਕਦੋਂ ਆਉਂਦੇ ਆ, ਦਰਸ਼ਨ ਕਰਦੇ ਨੇ, ਕੁਝ ਦਿਨ ਰਹਿ ਕੇ ਮੁੜ ਜਾਂਦੇ ਆ। ਇਕੱਠਾ ਸਾਰੀਆਂ ਸੰਗਤਾਂ ਦਾ ਮੇਲਾ ਜੋਲਾ ਨਹੀਂ ਹੁੰਦਾ। ਕੋਈ ਐਸਾ ਦਿਨ ਕਿ ਵੱਡਾ ਜੋੜ ਮੇਲਾ ਵੀ ਇੱਕ ਹੋਣਾ ਚਾਹੀਦਾ, ਜਿੱਦਾਂ ਸਾਰੇ ਹੀ ਇਕੱਠੇ ਹੋਣ। ਇਹਦੇ ਨਾਲ ਆਪਸ ਵਿੱਚ ਪਰਸਪਰ ਪ੍ਰੇਮ ਵਧੇਗਾ, ਇੱਕ ਦੂਜੇ ਨਾਲ ਜਾਣ ਪਛਾਣ ਵਧੇਗੀ, ਰਿਸ਼ਤੇਦਾਰੀਆਂ ਬਾਲ ਬੱਚਿਆਂ ਦੀਆਂ ਅੱਗੇ ਪੈਣਗੀਆਂ ਗੁਰਸਿੱਖਾਂ ਨਾਲ। ਤਾਂ ਫਿਰ ਗੁਰੂ ਸਾਹਿਬ ਜੀ ਨੇ ਵਿਸਾਖੀ ਦਾ ਦਿਨ ਨਿਯਤ ਕੀਤਾ ਔਰ ਸਾਰੇ ਚਿੱਠੀਆਂ ਭੇਜ ਦਿੱਤੀਆਂ ਕਿ ਭਾਈ ਵਿਸਾਖੀ ਨੂੰ ਸਾਰਿਆਂ ਨੇ ਆਉਣਾ, ਅੱਗੇ ਪਿੱਛੇ ਕੋਈ ਵੀ ਆਵੇ ਪਰ ਵਿਸਾਖੀ ਸਾਰੇ ਪਹੁੰਚਿਓ। ਉਹ ਸਮਾਂ ਆ ਗਿਆ ਕਿ ਗੁਰੂ ਮਹਾਰਾਜ ਦੇ ਦਰਸ਼ਨਾਂ ਦਾ ਸੰਗਤਾਂ ਵਿੱਚ ਚਾਅ ਵੱਧ ਰਿਹਾ। ਜਿਉਂ-ਜਿਉਂ ਵਿਸਾਖੀ ਨੇੜੇ ਆ ਰਹੀ ਹੈ, ਬੀਤੀ ਸਿਸਰ
बसंत प्रकाशा सुमन सब है उपबन है विकासा। चेत महीना चढ़ गया सिसर रुੱਤ ठंड ਦੀ ਜਿਹੜੀ ਰੁੱਤ ਹੈ ਮਾਘ ਫੱਗਣ ਉਹ ਬੀਤ ਗਿਆ ਹੈ। ਮਾਘ ਤੇ ਫੱਗਣ ਨੂੰ ਸਿਸਰ ਰੁੱਤ ਕਿਹਾ ਤੇ ਅੱਗੇ ਮੂਹਰੇ ਵਿਸਾਖੀ ਦਾ ਜੋੜ ਮੇਲਾ ਭਰਦਾ ਹੈ। ਆਓ ਪ੍ਰੇਮ ਤੇ ਸਤਿਕਾਰ ਦੇ ਨਾਲ ਅੱਗੇ ਕਥਾ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਹੁਤੀ ਉਸਨ ਨ ਸੀਤਲ ਤਾਈ। ਫੇਰ ਗੁਰਮੁਖੋ ਸਮਾਂ ਨਾ ਤੇ ਬਹੁਤੀ ਗਰਮੀ ਹੈ ਨਾ ਬਹੁਤੀ ਠੰਡ ਹੈ। ਜਿਹੜਾ ਰਲਮਾ ਮੌਸਮ ਹੈ ਉਹਨਾਂ ਸਮਿਆਂ ਵਿੱਚ ਹੁਣ ਤਾਂ ਭਾਵੇਂ ਆਪਾਂ ਵੇਖਦੇ ਹਾਂ ਵੀ ਫੱਗਣ ਗਿਆ ਨਹੀਂ ਤੇ ਗਰਮੀ ਪੈਣੀ ਸ਼ੁਰੂ ਹੋਈ ਨਹੀਂ। ਉਹਨਾਂ ਸਮਿਆਂ 'ਚ ਇੰਨੀ ਨਹੀਂ ਸੀ ਪੈਂਦੀ ਹੁੰਦੀ। ਅੱਗੇ ਆਪਾਂ ਆਮ ਇਹ ਗੱਲਾਂ ਮਸ਼ਹੂਰ ਸੀ ਨਾ ਵੀ ਅੱਧੀ ਭਾਦੋਂ ਗਈ ਤਾਂ ਫਿਰ ਸਵੇਰੇ ਸ਼ਾਮ ਠੰਡਾ ਹੋ ਜਾਂਦਾ। ਹੁਣ ਤੱਕ ਕੱਤੇ ਤੱਕ ਨਹੀਂ ਗਰਮੀ ਹਟਦੀ। ਉਹ ਸਮੇਂ ਇਹੋ ਜਿਹੇ ਹੁੰਦੇ ਸੀ, ਮਖੌਲ ਟਿਚਰਾਂ ਹੀ ਬਣ ਗਈਆਂ ਸੀ ਨਾ ਵੀ ਭਾਦੋਂ ਦੇ ਵਿੱਚ ਅੱਧੀ ਭਾਦੋਂ ਲੰਘੀ ਜਲਾਹੇ ਰਜਾਈਆਂ ਕੱਢ ਲੈਂਦੇ ਹੁੰਦੇ ਸੀ। ਤੇ ਹੁਣ ਕਰਕੇ ਹੁਣ ਤਾਂ ਭਾਈ ਗਰਮੀ ਉਹੇ ਜਿਹੇ ਮੌਸਮ ਹੋ ਗਏ। ਉਦੋਂ ਵਿਹਲੀਆਂ ਜ਼ਮੀਨਾਂ ਟਿੱਬੇ ਦਰਖਤ ਜੰਗਲਾਂ ਵਾਂਗੂ ਬਹੁਤਾ ਸੀ ਏਰੀਆ। ਫਿਰ ਪਾਣੀ ਦੇ ਕੁਦਰਤੀ ਸਾਧਨ। ਇਸ ਕਰਕੇ ਉਸ ਸਮੇਂ ਦਾ ਮੌਸਮ ਨਾ ਗਰਮੀ ਹੈ ਨਾ ਠੰਡ ਹੈ। ਇਹੋ ਜਿਹਾ ਜਿਹੜਾ ਉਸਨ ਸੀ, ਬਹੁਤੀ ਉਸਨ ਨਾ ਸੀਤਲਤਾਈ, ਨਾ ਬਹੁਤੀ ਉਸਨ ਗਰਮੀ ਹੈ ਤੇ ਨਾ ਬਹੁਤੀ ਠੰਡ ਹੈ। ਚੱਲਨ ਪੰਥ ਕੋ ਹੈ ਸੁਖਦਾਈ। ਇਹੋ ਜਿਹਾ ਜਿਹੜਾ ਮੌਸਮ ਹੈ ਦਿਨ ਵੀ ਖੁੱਲੇ ਹੋ ਜਾਂਦੇ ਹੈ। ਮਾਰਗ ਰਸਤੇ ਤੇ ਚੱਲਣ ਵਾਸਤੇ ਸੁਖਦਾਈ ਹੈ। ਜਹ ਜਹ ਸਤਿਗੁਰ ਕੇ ਸਿੱਖ ਬ੍ਰਿੰਦੇ। ਜਿੱਥੇ ਜਿੱਥੇ ਵੀ ਬੇਅੰਤ ਬਹੁਤੇ ਗੁਰੂ ਕੇ ਸਿੱਖ ਹਨ। ਦਰਸ਼ਨ ਕੋ ਉਮਗੇ ਆਨੰਦੇ। ਉਹ ਬਰਿੰਦੇ ਸਾਰੇ ਹੀ ਸਿੱਖ ਸਭ ਦੇ ਅੰਦਰ ਗੁਰੂ ਸਾਹਿਬ ਦੇ ਦਰਸ਼ਨਾਂ ਦਾ ਆਨੰਦ ਪੈਦਾ ਹੋਇਆ। ਬੰਦੇ ਟੋਲ ਸੰਗਤਾਂ ਆਈ। ਟੋਲੇ ਬੰਨ ਬੰਨ ਕੇ ਸੰਗਤਾਂ ਪਹੁੰਚੀਆਂ। ਚਾਹੋ ਦਿਸ ਤੇ ਵਸਤੂ ਗਨ ਲਿਆਈ। ਚਾਰੇ ਪਾਸਿਆਂ ਤੋਂ ਸੰਗਤਾਂ ਨਾਲ ਆਪਣੇ ਬਹੁਤੀਆਂ ਵਸਤੂਆਂ ਪਦਾਰਥ ਵੀ ਲੈ ਕੇ ਆਏ ਹਨ। ਆਨ ਸਭਨ ਗੁਰ ਦਰਸ਼ਨ ਹੀਰਾ। ਸਾਰਿਆਂ ਨੇ ਆ ਕੇ ਸਤਿਗੁਰੂ ਦੇ ਦਰਸ਼ਨ ਕੀਤੇ ਹਨ। ਮੇਲਾ ਮਿਲ ਕੇ ਭਇਓ ਵਡੇਰਾ। ਇਉਂ ਆਪਸ ਵਿੱਚ ਮਿਲ ਕੇ ਮੇਲਾ ਬਹੁਤ ਵੱਡਾ ਭਰਿਆ ਹੈ। ਜਥਾ ਚਕੋਰ ਹੋਏ ਸਮੁਦਾਇਆ। ਜਿਵੇਂ ਭਾਈਓ ਜਾਣੋ ਕਿ ਸਾਰੇ ਚਕੋਰ ਹੀ ਗੁਰਸਿੱਖ ਰੂਪ ਚਕੋਰ ਇਕੱਠੇ ਹੋਏ ਹਨ। ਸ੍ਰੀ ਸਤਿਗੁਰ ਨਿਸਪਤ ਦਰਸਾਇਆ। ਤੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਨਿਸਪਤ ਚੰਦਰਮਾ ਦਾ ਵੀ ਪਤੀ, ਚੰਦਰਮਾ ਨੂੰ ਵੀ ਪ੍ਰਕਾਸ਼ ਦੇਣ ਵਾਲਾ ਸਤਿਗੁਰੂ ਦੇ ਦਰਸ਼ਨ ਕਰਦੇ ਹਨ। ਗੋਇੰਦਵਾਲ ਵਿਸਾਲ ਸੁਪੀਰ। ਗੋਇੰਦਵਾਲ ਸਾਹਿਬ ਵਿੱਚ ਬਹੁਤ ਵੱਡਾ ਇਕੱਠ ਹੋਇਆ। ਦਰ ਸਹਿਵਾਰ ਨ ਪਾਵੈ ਤੀਰ। ਇਉਂ ਦਰਸ਼ਨ ਕਰਦੇ ਨੇ, ਵਾਰ ਨਹੀਂ ਆਉਂਦੀ। ਭਾਵ ਇੰਨੀਆਂ ਸੰਗਤਾਂ ਲੈਣਾ ਲੱਗੀਆਂ ਹੋਈਆਂ ਹਨ, ਬਾਰੀ ਨਹੀਂ ਆ ਰਹੀ ਹੈ ਮਹਾਰਾਜ ਦੇ ਕੋਲ ਜਾਣ ਤੱਕ। ਭਾਵ ਬਹੁਤ ਸਮਾਂ ਲੱਗਦਾ ਹੈ। ਪਾਇਨ ਪਾਸ ਉਪਾਇਨ ਧਰ ਧਰ। ਗੁਰੂ ਸਾਹਿਬ ਦੇ ਚਰਨਾਂ ਕੋਲ ਭੇਟਾਵਾਂ ਰੱਖ ਰੱਖ ਕੇ ਆਵਹਿ ਜਾਏ ਬੰਦਨਾ ਕਰ ਕਰ। ਇੱਕ ਪਾਸੇ ਦੀ ਸੰਗਤਾਂ ਆ ਰਹੀਆਂ ਤੇ ਨਮਸਕਾਰ ਕਰਕੇ ਇੱਕ ਪਾਸੇ ਦੀ ਜਾ ਰਹੇ ਹਨ। ਸਿੱਖ ਅਨੇਕ ਦੇਗ ਕੋ ਲਾਗੇ। ਬਹੁਤ ਸਿੱਖ ਮਾਈ ਭਾਈ ਗੁਰੂ ਕੇ ਲੰਗਰਾਂ 'ਚ ਸੇਵਾ ਕਰ ਰਹੇ ਨੇ। ਕਰ ਹੈ ਪਾਕ ਸਿੱਧ ਔਰ ਅਨੁਰਾਗੇ। ਇਉਂ ਭਾਈ ਹਿਰਦੇ ਵਿੱਚ ਅਨੁਰਾਗੇ, ਔਰ ਅਨੁਰਾਗੇ ਦਾ ਭਾਵ ਹੈ ਔਰ ਨਾਮ ਹਿਰਦੇ ਦਾ, ਅਨੁਰਾਗ ਪ੍ਰੇਮ ਦਾ। ਹਿਰਦੇ ਵਿੱਚ ਪ੍ਰੇਮ ਧਾਰ ਕੇ ਕਰਹਿ ਪਾਕ ਸਿੱਧ। ਰਸੋਈ
ਪਾਕ ਨਾਮ ਰਸੋਈ ਦਾ ਹੈ। ਰਸੋਈ ਸਿੱਧ ਕਰਦੇ, ਭਾਵਨ ਪਾਣੀ ਤਿਆਰ ਕਰਦੇ ਹਨ। ਕੇਤਕ ਨੀਰ ਆਨ ਬੋ ਕਰਹੀ, ਕਿੰਨੇ ਉਹ ਨੇ ਜਿਹੜੇ ਭਾਈ ਜਲ ਲਿਆ ਰਹੇ ਹਨ। ਸੰਗਤ ਕੋ ਸੇਵਾ ਹਿਤ ਧਰਹੀ, ਤੇ ਸੰਗਤ ਦੇ ਸੇਵਾ ਵਿੱਚ ਹਿਤ ਧਾਰ ਰਹੇ ਨੇ, ਪ੍ਰੇਮ ਧਾਰ ਰਹੇ ਹਨ। ਮਹਾ ਕੁਲਾਹਲ ਮੇਲਾ ਹੋਵਾ, ਕੁਲਾਹਲ ਕਹੀਏ ਬਹੁਤ, ਕਿਉਂਕਿ ਕੁਦਰਤੀ ਹੈ ਇਕੱਠ ਵਿੱਚ, ਕਿਉਂ ਇੱਕ ਦੂਜੇ ਨੂੰ ਕੋਈ ਆਵਾਜ਼ ਮਾਰਦਾ। ਬਹੁਤ ਹੀ ਭਾਈ ਸੰਗਤਾਂ ਦੀ ਆਵਾਜ਼ ਦਾ ਵੱਡਾ ਮੇਲ ਜੋਲ ਮੇਲਾ ਹੋਇਆ ਹੈ। ਹਰਖਤ ਸੰਗਤ ਧੀਰਗ ਜੋਵਾ, ਤੇ ਸੰਗਤਾਂ ਬਹੁਤ ਹੀ ਖੁਸ਼ ਹਨ। ਦੀਰਘ ਬੜਾ ਜ਼ਿਆਦੇ ਸੰਗਤਾਂ ਖੁਸ਼ ਵੇਖੀਆਂ ਜਾਂਦੀਆਂ। ਘਰ ਹੈ ਪਰਸ ਪਰ ਭਾਵ ਵਿਸਾਲਾ, ਆਪਸ ਦੇ ਵਿੱਚ ਬਹੁਤ ਇੱਕ ਦੂਜੇ ਨੂੰ ਪ੍ਰੇਮ ਕਰ ਰਹੇ ਨੇ। ਉਚਰ ਹੈ ਮਿਲ ਗੁਰ ਕੋ ਜਸ ਜਾਲਾ, ਗੁਰੂ ਸਾਹਿਬ ਦੇ ਬੇਅੰਤ ਜਸ ਨੂੰ ਮਿਲ ਕਰਕੇ ਉਚਾਰ ਰਹੇ ਹਨ। ਅਤ ਆਨੰਦ ਸੰਗਤ ਮਹਿ ਹੋਏ, ਬਹੁਤ ਹੀ ਆਨੰਦ ਸੰਗਤਾਂ ਵਿੱਚ ਹੋਇਆ ਹੈ। ਸੁਖ ਮੇਲੇ ਕੇ ਲਹਿ ਸਭ ਕੋਏ, ਇਉਂ ਭਾਈ ਸਾਰੇ ਇਸ ਜੋੜ ਮੇਲੇ ਦੇ ਸੁੱਖ ਨੂੰ ਪ੍ਰਾਪਤ ਕਰ ਰਹੇ ਹਨ। ਕਿਤਕ ਸਮੂਹ ਬੀਤਿਓ ਜਬ ਜਾਣਿਓ, ਕੁਝ ਸਮਾਂ ਜਦੋਂ ਬੀਤਿਆ ਜਾਣਿਆ ਹੈ। ਸ੍ਰੀ ਸਤਿਗੁਰੂ ਕਿਰਪਾਲ ਬਖਾਨਿਓ, ਤਾਂ ਸ੍ਰੀ ਸਤਿਗੁਰੂ ਅਮਰਦਾਸ ਜੀ ਕਿਰਪਾਲੂ ਸਤਿਗੁਰਾਂ ਨੇ ਬਚਨ ਕਹੇ ਹਨ। ਰਾਮਦਾਸ ਕੋ ਚਿਰ ਬਹੁ ਹੋਵਾ, ਕਿ ਜੋ ਭਾਈ ਰਾਮਦਾਸ, ਧੰਨ ਗੁਰੂ ਰਾਮਦਾਸ ਮਹਾਰਾਜ ਬਾਰੇ ਕਿਹਾ ਕਿ ਉਹਨਾਂ ਨੂੰ ਬਹੁਤ ਚਿਰ ਹੋ ਗਿਆ। ਕਹਾਂ ਗਇਓ ਹਮ ਨਿਕਟ ਨ ਜੋਵਾ, ਅਸੀਂ ਵੇਖ ਰਹੇ ਹਾਂ ਸਵੇਰ ਦੇ, ਉਹ ਕਿੱਥੇ ਗਏ ਨੇ, ਸਾਡੇ ਨੇੜੇ ਨਹੀਂ ਆਏ ਹਨ। ਸੇਵਕ ਬੱਲੂ ਕਹਿਓ ਸੁਨਾਏ, ਤਾਂ ਗੁਰੂ ਸਾਹਿਬ ਦਾ ਹਜ਼ੂਰੀ ਸੇਵਕ ਭਾਈ ਬੱਲੂ ਮਹਾਰਾਜ ਨੂੰ ਕਹਿਣ ਲੱਗਿਆ। ਸੰਗਤ ਕੀ ਬਹੁ ਸੇਵ ਕਮਾਏ, ਤੇ ਮਹਾਰਾਜ ਉਹ ਬਹੁਤ ਚਾਅ ਨਾਲ ਸੰਗਤਾਂ ਦੀਆਂ ਸੇਵਾ ਕਰ ਰਹੇ ਹਨ। ਸੰਗਤ ਦੀ ਦੇਗ ਤਿਆਰ ਕਰ ਦੇਹ ਆਹਾਰਾ, ਲੰਗਰ ਤਿਆਰ ਕਰਕੇ ਸਭ ਨੂੰ ਛਕਾ ਰਹੇ ਨੇ। ਪੰਕਤ ਕੋ ਬਿਠਾਏ ਇੱਕ ਸਾਰਾ, ਤੇ ਇੱਕ ਸਾਰ ਸੰਗਤਾਂ ਨੂੰ ਬਿਠਾ ਕਰਕੇ ਸੀਤਲ ਜਲ ਕੋ ਭਰ ਭਰ ਲਿਆਵੇ, ਤੇ ਕਦੇ ਠੰਡਾ ਪਾਣੀ ਭਰ ਭਰ ਕੇ ਜਲ ਲੈ ਕੇ ਆਉਂਦੇ। ਭੂਜ ਭੂਜ ਸੰਗਤ ਕੋ ਪਿਆਵੇ, ਪੁੱਛ ਪੁੱਛ ਕੇ ਚਾਅ ਨਾਲ ਭੱਜ ਭੱਜ ਕੇ ਸੰਗਤਾਂ ਨੂੰ ਛਕਾਉਂਦੇ ਹਨ। ਛੁਦਾ ਪਿਪਾਸਾ ਸਭ ਕੀ ਹਰੈ, ਭੁੱਖ ਤੇ ਤ੍ਰੇ ਉਹ ਮਹਾਰਾਜ ਜੀ ਸਭ ਦੀ ਦੂਰ ਕਰ ਰਹੇ ਹਨ। ਬਾਂਛਤ ਸਿੱਖਨ ਦੇਬੋ ਕਰੈ, ਤੇ ਜੋ ਵੀ ਸਿੱਖ ਮੰਗਦੇ ਆ, ਕੋਈ ਕਹਿੰਦਾ ਜੀ ਆਹ ਚੀਜ਼ ਲਿਆ ਦਿਓ, ਪ੍ਰਸ਼ਾਦਾ ਲਿਆ ਦਿਓ, ਕੋਈ ਦਾਲਾ ਮੰਗਦਾ, ਕੋਈ ਜਲ ਮੰਗਦਾ, ਉਹ ਲਿਆ ਕੇ ਦੇ ਰਹੇ ਹਨ। ਘਰ ਮਹਿ ਗਹਿ ਬੀਜਨੋਂ ਫੇਰ, ਉਧਰੋਂ ਵਿਹਲੇ ਹੁੰਦੇ ਆ ਤਾਂ ਹੱਥ ਦੇ ਵਿੱਚ ਬੀਜਨੋਂ ਨਾਮ ਪੱਖੇ ਦਾ। ਉਦੋਂ ਗੁਰਮੁਖੋ ਝੱਲ ਮਾਰਨ ਲਈ ਵੱਡੇ ਵੱਡੇ ਪੱਖੇ ਹੱਥੀਂ ਬੁਣਦੇ ਸੀ। ਪੱਖੀਆਂ ਮਾਈਆਂ ਘਰੇ ਬੁਣਦੀਆਂ ਵੱਡੇ ਪੱਖੇ ਬਣਦੇ ਹੁੰਦੇ ਸੀ, ਉਹਨਾਂ ਨਾਲ ਆਪਾਂ ਵੇਖਦੇ ਹਾਂ ਝੱਲ ਮਾਰਦੇ ਰਹੇ ਆ। ਤੇ ਕਿਉਂਕਿ ਉਹ ਜਿਹਾ ਸਮਾਂ ਹੁੰਦਾ ਸੀ, ਉਹ ਜਿਹੜੇ ਇਹ ਮਰਜ਼ਾਦਾ ਰਹੀ ਬਹੁਤ ਸਮਾਂ ਸੰਗਤ ਵਿੱਚ। ਹੌਲੀ ਹੌਲੀ ਫਿਰ ਦੂਜੇ ਲਾਏ, ਭਾਵੇਂ ਘਰਾਂ ਵਿੱਚ ਪਹਿਲਾਂ ਆ ਗਏ ਸੀ ਆਹ ਪੱਖੇ ਜਿਵੇਂ ਆਪਾਂ ਚੱਲਦੇ ਆ ਹੁਣ, ਤੇ ਪਰ ਇਹਦੀ ਆਵਾਜ਼ਾਂ ਕਿਉਂਕਿ ਬੜੇ ਬੜੇ ਕਈ ਹੁਣ ਦਰਬਾਰਾਂ ਵਿੱਚ ਲੱਗੇ ਹੁੰਦੇ ਆ। ਤੇ ਅਸਲ ਵਿੱਚ ਸੰਗਤ ਦੇ ਵਿੱਚ ਜਿੰਨਾ ਜਿਹੜੇ ਗੁਰਮੁਖ ਹੈ ਇਕਾਗਰਤਾ ਹੋਵੇ ਉਨਾ ਹੀ ਚੰਗਾ ਹੈ। ਆ ਕਈ ਜਗ੍ਹਾ ਦੇਖਿਆ ਹੈ ਕਿ ਉਹ ਹੁਣ ਘੜੀਆਂ ਹੋਏ ਜਿਹੀਆਂ ਆਉਂਦੀਆਂ, ਉਹ ਘੜਿਆਲ ਜੀ ਵੱਜਣ ਲੱਗ ਜਾਂਦੀ ਹੈ। ਜੇ
1 ਵਜੇ 1 ਵਜਣਾ, 2 ਵਜੇ 2 ਵਾਰੀ, 3 ਵਜੇ 3 ਵਾਰੀ। ਜਿਹੜੇ ਗੁਰਮੁਖ ਉਹ ਵੀ ਨਹੀਂ ਲਾਉਣ ਦਿੰਦੇ, ਕਹਿੰਦੇ ਭਾਈ ਇਹ ਵੀ ਇਕਾਗਰਤਾ ਭੰਗ ਕਰਦੇ ਆ। ਇਸ ਕਰਕੇ ਇਹ ਜਿੰਨਾ ਵੀ ਹੈ ਇਹਦੇ ਨਾਲ ਹੋਰ ਤਾਂ ਨਹੀਂ ਕੋਈ ਗੱਲ, ਇਕਾਗਰਤਾ ਬਣੀ ਰਹੇ ਤਾਂ ਆਵਾਜ਼ ਤੋਂ ਗੁਰੇਜ਼ ਕੀਤਾ ਜਾਂਦਾ ਹੈ। ਪਰ ਹੁਣ ਸਾਧਨ ਹੋ ਗਏ, ਹੁਣ ਆਪਾਂ ਸੋਹਲ ਹੋ ਗਏ ਤਾਂ ਦੇਖੋ ਆਪਣਾ 2-2 ਕੁਝ ਚੱਲਦਾ, ਪੱਖਾ ਵੀ ਚੱਲਦਾ, ਏਸੀ ਵੀ ਚੱਲਦਾ, ਅਜੇ ਵੀ ਗਰਮੀ। ਇਹ ਹੁਣ ਸਰੀਰ ਉਹੋ ਜਿਹੇ ਹੋ ਗਏ, ਕੰਮ ਨਹੀਂ ਕਰਦੇ, ਨਾ ਮਾਈਆਂ ਨੂੰ ਕੰਮ ਰਿਹਾ ਘਰਾਂ 'ਚ, ਨਾ ਆਪਾਂ ਨੂੰ ਭਾਈਆਂ ਨੂੰ ਹੈ। ਸਵੇਰ ਤੋਂ ਹੁਣ ਆਪਾਂ ਵਿਹਲੇ ਹੀ ਆ, ਕੁਛ ਨਹੀਂ ਕੀਤਾ, ਖਾ ਲਿਆ ਪੈ ਗਏ ਬਹਿ ਗਏ, ਖਾ ਲਿਆ ਫਿਰ ਪੈ ਗਏ ਬਹਿ ਗਏ। ਅੱਗੇ ਤਾਂ ਟਾਈਮ ਨਹੀਂ ਸੀ ਹੁੰਦਾ, ਇਸ ਕਰਕੇ ਉਹੋ ਜਿਹੇ ਸਰੀਰ ਹੁੰਦੇ ਸੀ। ਹੁਣ ਭਾਈ ਸੋਲ ਹੋ ਗਏ। ਤੇ ਬਾਕੀ ਮੌਸਮ ਦੇ ਵਿੱਚ ਉਹਨਾਂ ਜਿਹੜੀ ਹੈ ਹੁਣ ਹੁਮਸ ਗਰਮੈਸ਼ ਬਹੁਤੀ ਜ਼ਿਆਦਾ ਹੈ। ਉਹਨਾਂ ਸਮਿਆਂ ਵਿੱਚ ਇੰਨੀ ਹੁੰਦੀ ਨਹੀਂ ਸੀ, ਪਾਣੀ ਧਰਤੀ ਦਾ ਉੱਤੇ ਸੀ ਤੇ ਕੁਦਰਤੀ ਹੈ ਇਹ ਸਾਰਾ ਕੁਝ। ਜਿਵੇਂ ਖਾਸ ਕਰਕੇ ਚੌਲ ਵਗੈਰਾ ਨਹੀਂ ਸੀ ਲੱਗਦੇ ਹੁੰਦੇ, ਹੋਰ ਮੱਖੀ ਮੱਛਰ ਘੱਟ ਹੁੰਦਾ ਸੀ। ਪਰ ਉਹ ਵਿਚਾਰ ਤੇ ਇਹ ਫਿਰ ਉਦੋਂ ਜ਼ਿਆਦਾਤਰ ਜੇ ਗਰਮੀ ਹੈ ਤਾਂ ਹੱਥਾਂ ਨਾਲ ਪੱਖਾ ਉਹ ਚੱਲ ਲੈਂਦੇ ਸੀ ਜੇ ਕੋਈ ਗਰਮੀ ਆਉਂਦੀ ਸੀ। ਦੱਸਿਆ ਭਾਈ ਬੱਲੂ ਜੀ ਨੇ ਕਿ ਮਹਾਰਾਜ ਜੀ ਕਰ ਮੈਂ ਗਹਿ ਬੀਜਨੂੰ ਫੇਰ, ਕਦੇ ਉਹ ਜਲ ਛਕਾਉਂਦੇ, ਕਦੇ ਪ੍ਰਸ਼ਾਦਾ। ਉਧਰੋਂ ਵਿਹਲੇ ਹੁੰਦੇ ਆ ਤਾਂ ਹੱਥ ਦੇ ਵਿੱਚ ਫਿਰ ਉਹ ਪੱਖਾ ਫੜ ਲੈਂਦੇ ਹਨ। ਵਾਯੂ ਕਰਤ ਉਸਨ ਬਹੁ ਹੇਰ, ਜਦੋਂ ਬਹੁਤੀ ਗਰਮੀ ਵੇਖਦੇ ਆ ਤਾਂ ਫਿਰ ਉਹ ਹਵਾ ਝੱਲਦੇ ਨੇ। ਸਭ ਸੰਗਤ ਕੋ ਸੁਖੀ ਕਰੰਤਾ, ਭਾਵਨਾ ਕੀ ਹੈ ਜਿਹੜੀ ਸੰਗਤ ਹੈ ਉਹ ਸੁਖੀ ਰਹੇ, ਸਾਰੀਆਂ ਸੰਗਤਾਂ ਨੂੰ ਇਉਂ ਸੁਖਦਾਈ ਕਰਦੇ ਹਨ। ਇਤ ਉਤ ਫਿਰ ਕੈ ਸੇਬ ਬੁਝੰਤਾ, ਫਿਰ ਇੱਧਰ ਉੱਧਰ ਭੱਜ ਭੱਜ ਕੇ ਸੰਗਤਾਂ ਨੂੰ ਪੁੱਛਦੇ ਆ, ਦੱਸੋ ਭਾਈ ਕਾਹਦੀ ਸੇਵਾ ਦੀ ਤੁਹਾਨੂੰ ਲੋੜ ਹੈ। ਚਾਹੇ ਸੋ ਦੇਹ ਆਹਾਰ ਸੋ ਪਾਣੀ, ਜੋ ਵੀ ਚਾਹੀਦਾ ਹੁੰਦਾ ਹੈ ਭੋਜਨ ਪਾਣੀ ਉਹ ਛਕਾਉਂਦੇ ਨੇ, ਦਿੰਦੇ ਹਨ। ਇਸ ਪ੍ਰਕਾਰ ਕੀ ਸੇਵਾ ਠਾਨੀ। ਮਹਾਰਾਜ ਜੀ ਗੁਰੂ ਰਾਮਦਾਸ ਉਹਨਾਂ ਨੇ ਤਾਂ ਇਹੀ ਕਹਿਣਾ ਵੀ ਸ੍ਰੀ ਰਾਮਦਾਸ ਜੀ ਨੇ ਇਸ ਤਰ੍ਹਾਂ ਦੀ ਸੇਵਾ ਠਾਣੀ ਹੋਈ ਹੈ। ਜਾਂ ਤੇ ਨਹਿ ਆਵਨ ਤਿਸ ਘੇਰਾ, ਇਸ ਕਰਕੇ ਉਸ ਸਵੇਰ ਦੇ ਮਹਾਰਾਜ ਜੀ ਤੁਹਾਡੇ ਕੋਲੇ ਨਹੀਂ ਆ ਸਕੇ। ਰਹਿਓ ਰੁਕਿਓ ਜਹ ਕਾਜ ਬਡੇਰਾ, ਉਧਰ ਹੀ ਫਿਰ ਰਹੇ ਨੇ ਜਿੱਥੇ ਵੀ ਉਹਨਾਂ ਜਿਹੜਾ ਵੱਡਾ ਕਾਰਜ ਹੈ। ਰਹਿਓ ਰੁਕਿਓ, ਜੇ ਉਹ ਇੱਧਰ ਆਉਂਦੇ ਆ ਉਹ ਉਧਰੋਂ ਰੁਕਦਾ ਹੈ। ਜ਼ਿੰਮੇਵਾਰੀ ਸਾਰੀ ਸੰਭਾਲੀ ਹੋਈ ਹੈ, ਵੱਡੇ ਕਾਰਜ ਹਨ। ਸੁਨ ਸ੍ਰੀ ਅਮਰ, ਸੁਨ ਸ੍ਰੀ ਸਤਿਗੁਰ ਅਮਰ ਪ੍ਰਸੰਨ। ਇਹ ਸੁਣ ਕੇ ਸ੍ਰੀ ਗੁਰੂ ਅਮਰਦਾਸ ਖੁਸ਼ ਹੋਏ। ਕਹਿਓ ਕਿ ਰਾਮਦਾਸ ਹੈ ਧੰਨ। ਮਹਾਰਾਜ ਕਹਿਣ ਲੱਗੇ ਰਾਮਦਾਸ ਧੰਨ ਹੈ, ਜਿਨ ਸੰਗਤ ਕੀ ਸੇਵਾ ਕਰੀ, ਜਿਨ੍ਹਾਂ ਨੇ ਸੰਗਤਾਂ ਦੀ ਇਹ ਸੇਵਾ ਕੀਤੀ। ਹਮਰੇ ਹਿਤ ਇਨ ਪ੍ਰੀਤੀ ਧਰੀ, ਇਹਨੇ ਸਾਡੇ ਵਾਸਤੇ ਹੀ ਸੰਗਤਾਂ ਨਾਲੇ ਪ੍ਰੀਤ ਧਾਰੀ ਹੈ। ਦੁਰਲਭ ਪਦਾਰਥ ਹੋਏ ਨਾ ਕੋਏ, ਮਹਾਰਾਜ ਕਹਿੰਦੇ ਕੋਈ ਵੀ ਐਸਾ ਪਦਾਰਥ ਸੇਵਾ ਕਰਨ ਵਾਲੇ ਨੂੰ ਕੋਈ ਦੁਰਲਭ ਨਹੀਂ ਹੁੰਦਾ। ਭਾਵ ਕਿ ਸੇਵਕ ਨੂੰ ਸਭ ਕੁਝ ਮਿਲ ਜਾਂਦਾ ਹੈ। ਦੁਰਲਭ ਪਦਾਰਥ ਹੋਏ ਨਾ ਕੋਈ, ਕੋਈ ਵੀ ਐਸਾ ਪਦਾਰਥ ਦੁਰਲਭ ਨਹੀਂ ਰਹਿੰਦਾ ਹੈ। ਨੌ ਨਿਧ ਸਿੱਧ ਪਾਏ ਹੈ ਸੋਏ, 9 ਨਿਧੀਆਂ ਤੇ 18 ਸਿੱਧੀਆਂ ਉਹ ਸਭ ਪਾ ਲੈਂਦਾ ਹੈ। ਸਿੱਖ ਮੇਰੇ ਸੇਵਾ ਅਨੁਰਾਗ, ਇਉਂ ਭਾਈ ਜਿਹੜੇ ਮੇਰੇ ਸਿੱਖ ਸੇਵਾ ਵਿੱਚ ਪ੍ਰੇਮ ਕਰਦੇ ਹਨ। ਅਪਰ ਨ ਇਸ ਤੇ ਕੋ ਵੱਡ ਭਾਗ, ਇਹ ਤੋਂ ਵੱਡਾ ਕੋਈ ਵੱਡੇ ਭਾਗਾਂ ਵਾਲਾ ਨਹੀਂ ਹੈ ਜਿਹੜਾ ਸੇਵਾ 'ਚ ਪ੍ਰੇਮ ਕਰੇ। ਅਪਰ ਨ ਇਸ ਤੇ, ਇਹ ਸੇਵਾ ਤੋਂ ਵੱਡਾ ਕੋਈ ਵੱਡੇ ਭਾਗ ਵਾਲਾ ਨਹੀਂ ਹੁੰਦਾ। ਸੇਵਾ ਕਰਨ ਵਾਲਾ ਸਭ ਤੋਂ ਵਡਭਾਗੀ ਹੈ। ਜਗ ਮਹਿ ਬੰਸ ਵਿਸਾਲ ਜੋ ਇਸ ਕੋ, ਮਹਾਰਾਜ ਨੇ ਬਰ ਬਚਨ ਦਿੱਤੇ
ਕਿ ਜਗਤ ਦੇ ਵਿੱਚ ਇਹਦੀ ਬੰਸ ਬਹੁਤ ਵੱਡੀ ਹੋਵੇਗੀ। ਪੂਜਮਾਨ ਹੋਵੇ ਚਹੁ ਦਿਸ ਕੋ, ਚਾਰੇ ਦਿਸ਼ਾਵਾਂ ਵਿੱਚ ਪੂਜਮਾਨ ਹੋਵੇਗੀ, ਪੂਜੀ ਜਾਣ ਵਾਲੀ ਹੋਵੇਗੀ। ਜੋ ਨਰ ਮਮ ਸੰਗਤ ਕੋ ਸੇਵੈ, ਜਿਹੜਾ ਵੀ ਕੋਈ ਪ੍ਰਾਣੀ ਭਾਈ ਮੇਰੀਆਂ ਸੰਗਤਾਂ ਦੀ ਸੇਵਾ ਕਰਦਾ ਸੇਵਦਾ ਹੈ, ਹਾਲਤ ਪਲਤ ਮਹਿ ਸ਼ੁਭ ਫਲ ਲੇਵੈ, ਉਹ ਲੋਕ ਤੇ ਪ੍ਰਲੋਕ ਦੇ ਵਿੱਚ ਸ਼ੁਭ ਫਲ ਪ੍ਰਾਪਤ ਕਰ ਲੈਂਦਾ ਹੈ। ਮੋਰ ਮਹਾਤਮ ਜੇਤਕ ਅਹੈ, ਹੋਰ ਜਿਹੜਾ ਮਹੱਤਵ ਜਿੰਨਾ ਵੀ ਹੈ, ਰਾਮਦਾਸ ਜਾਣੈ ਫਲ ਲਹੈ, ਉਹ ਜਾਣ ਲੋ ਕਿ ਰਾਮਦਾਸ ਨੇ ਸਾਰਾ ਫਲ ਪ੍ਰਾਪਤ ਕਰ ਲਿਆ। ਦੋਹੇ ਲੋਕਨ ਮੈਂ ਜੋ ਪਦ ਉੱਚੇ, ਇਹ ਦੋਵਾਂ ਲੋਕਾਂ ਵਿੱਚ, ਲੋਕ ਵਿੱਚ ਵੀ ਤੇ ਪ੍ਰਲੋਕ ਵਿੱਚ ਵੀ ਜਿਹੜੀਆਂ ਉੱਚੀਆਂ ਪਦਵੀਆਂ ਹਨ, ਰਾਮਦਾਸ ਤੇ ਜਾਹੇ ਪਹੁੰਚੇ, ਜੋ ਰਾਮਦਾਸ ਹੈ ਉਹਨਾਂ ਦੋਨਾਂ ਪਦਵੀਆਂ ਤੇ ਜਾ ਪਹੁੰਚੇ ਹਨ। ਜਗ ਮਹਿ ਪ੍ਰਗਟ ਪ੍ਰਕਾਸ਼ ਕਰੈ ਗੋ, ਇਉਂ ਇਹ ਫਿਰ ਜਗਤ ਦੇ ਵਿੱਚ ਪ੍ਰਤੱਖ ਇਹ ਜਿਹੜਾ ਹੈ ਪ੍ਰਗਟ ਪ੍ਰਕਾਸ਼ ਕਰੇਗਾ, ਪ੍ਰਤਾਪ ਵਧੇਗਾ। ਇਸ ਪਿੱਛੇ ਸਿੱਖ ਬ੍ਰਿੰਦ ਤਰੈ ਗੋ, ਤੇ ਇਹਦੇ ਮਗਰ ਲੱਗ ਕੇ ਬੇਅੰਤ ਸਿੱਖ ਸੰਗਤਾਂ ਤਰਨਗੀਆਂ। ਇਤਿਆਦਿਕ ਬਹੁ ਜਸ ਕੋ ਕਹਿਓ, ਇਸ ਤਰ੍ਹਾਂ ਦਾ ਬਹੁਤ ਜਸ ਗੁਰੂ ਰਾਮਦਾਸ ਜੀ ਦਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਕਿਹਾ ਹੈ। ਕਹਿ ਸਿੱਖ ਲਾਇਕ ਗੁਰ ਤਾ ਲਹਿਓ, ਇਉਂ ਕਿਹਾ ਭਾਈਏ ਲਾਇਕ ਸਿੱਖ ਹੈ, ਇਉਂ ਜਾਣੋ ਗੁਰਤਾ ਦੀ ਪ੍ਰਾਪਤੀ ਕਰੇਗਾ। ਬਹੁਤ ਸੰਗਤਾਂ ਭਈ ਇਕੱਤਰ, ਤੇ ਬਹੁਤ ਸੰਗਤਾਂ ਇਕੱਠੀਆਂ ਹੋਈਆਂ। ਗੁਰ ਭਾਈ ਪ੍ਰੇਮੀ ਭੇ ਮਿੱਤਰ, ਗੁਰ ਭਾਈ ਹੁੰਦਾ ਜਿਹੜੇ ਇਕੱਠੇ ਸਿੱਖੀ ਧਾਰਨ ਕੀਤੀ। ਉਹ ਪ੍ਰੇਮੀ, ਹੋਰ ਮਿੱਤਰ, ਸਖਾ, ਪ੍ਰੇਮੀ, ਦੋਸਤ ਸਾਰੇ ਹੀ। ਗੁਰ ਸਮ ਸਿੱਖ ਕੋ ਮਿਲ ਸੇਵੈ, ਗੁਰੂ ਸਮ ਸਿੱਖ ਕੋ, ਇਉਂ ਭਾਈ ਗੁਰੂ ਵਾਂਗੂ ਹੀ ਸਾਰੇ ਸਿੱਖਾਂ ਨੂੰ ਮਿਲ ਕੇ ਸੇਵਦੇ ਨੇ, ਸਤਿਕਾਰ ਕਰਦੇ ਹਨ। ਚਰਨ ਧੋਏ ਚਰਨ ਅੰਮ੍ਰਿਤ ਲੇਵੈ, ਸਤਿਗੁਰੂ ਦੇ ਚਰਨ ਧੋ ਕਰਕੇ ਸਾਰੇ ਇਕੱਠੇ ਚਰਨਾ ਅੰਮ੍ਰਿਤ ਪ੍ਰਾਪਤ ਕਰਦੇ ਨੇ। ਸਗਰ ਨਗਰ ਕੀਰਤਨ ਧੁਨ ਹੋਏ, ਸਾਰੇ ਨਗਰ ਦੇ ਵਿੱਚ ਕੀਰਤਨ ਦੀਆਂ ਆਵਾਜ਼ਾਂ ਜਾਂਦੀਆਂ। ਵਾਹਿਗੁਰੂ ਸਿਮਰਹਿ ਸਭ ਕੋਏ, ਸਾਰੇ ਕੋਈ ਵਾਹਿਗੁਰੂ ਵਾਹਿਗੁਰੂ ਸਿਮਰ ਰਹੇ ਹਨ। ਤਿਸ ਦਿਨ ਤੇ ਮੇਲੇ ਕੀ ਰੀਤ, ਉਸ ਦਿਨ ਤੋਂ ਭਾਈ ਵਿਸਾਖੀ ਦਾ ਜਿਹੜਾ ਜੋੜ ਮੇਲਾ, ਇਸ ਦੀ ਮਰਿਆਦਾ ਹੋਈ ਬਿਦਤ ਅਬ ਹੋਵੈ ਨੀਤ, ਤੇ ਉਹ ਪ੍ਰਗਟ ਹੋਈ ਗੁਰੂ ਅਮਰਦਾਸ ਮਹਾਰਾਜ ਤੋਂ। ਇਹ ਫਿਰ ਵਿਸਾਖੀ ਜੋੜ ਮੇਲਾ ਜਿਹੜਾ ਹੈ ਗੁਰੂ ਘਰ ਦੇ ਵਿੱਚ ਆਰੰਭ ਹੋਇਆ। ਵਿਸਾਖੀ ਗੁਰਮੁਖੋ ਪਹਿਲਾਂ ਵੀ ਇੱਕ ਤਿਉਹਾਰ ਵਜੋਂ ਮਨਾਇਆ ਜਾਣ ਵਾਲਾ, ਕਿਉਂਕਿ ਇਹ ਰੁੱਤ ਦਾ ਤਿਉਹਾਰ ਸੀ, ਫਸਲਵਾੜੀ ਆਉਣ ਦੀ ਖੁਸ਼ੀ ਵਿੱਚ ਜਿਹੜਾ ਹੈ ਮਨਾਇਆ ਜਾਂਦਾ ਸੀ। ਤੇ ਗੁਰੂ ਘਰ ਦੇ ਵਿੱਚ ਫਿਰ ਇਹਨੂੰ ਜੋੜ ਮੇਲੇ ਦੇ ਰੂਪ ਵਿੱਚ ਲਿਆਂਦਾ। ਤੇ ਦੀਵਾਲੀ ਕੱਲ ਵੀ ਬਚਨ ਕੀਤਾ ਆਪ ਜੀ ਨਾਲ ਸਾਂਝਾ ਇਹ ਗੁਰੂ ਘਰ ਦਾ। ਇਹ ਫਿਰ ਗੁਰੂ ਰਾਮਦਾਸ ਜੀ ਮਹਾਰਾਜ ਤੋਂ ਆਰੰਭ ਹੋਇਆ ਜੋੜ ਮੇਲਾ ਸ੍ਰੀ ਅੰਮ੍ਰਿਤਸਰ ਸਾਹਿਬ। ਪਹਿਲਾਂ ਵਿਸਾਖੀ ਜਿਹੜਾ ਹੈ ਇਹ ਗੋਇੰਦਵਾਲ ਸਾਹਿਬ, ਤੇ ਫਿਰ ਭਾਈ ਦੀਵਾਲੀ ਸ੍ਰੀ ਅੰਮ੍ਰਿਤਸਰ ਸਾਹਿਬ। ਫਿਰ ਮਹਾਰਾਜ ਜੋਤੀ ਜੋਤ ਸਮਾ ਗਏ ਜਦੋਂ ਗੁਰੂ ਅਮਰਦਾਸ ਜੀ, ਫਿਰ ਗੋਇੰਦਵਾਲ ਸਾਹਿਬ ਇਹ ਜੋੜ ਮੇਲਾ ਹੋਣਾ ਸ਼ੁਰੂ ਹੋ ਗਿਆ ਭਾਦੋਂ ਵਿੱਚ। ਤੇ ਜਿਹੜਾ ਵਿਸਾਖੀ ਸੀ ਤੇ ਦੀਵਾਲੀ ਸੀ, ਫਿਰ ਇਹ ਸ੍ਰੀ ਅੰਮ੍ਰਿਤਸਰ ਸਾਹਿਬ, ਦੋ ਜੋੜ ਮੇਲੇ ਹੁੰਦੇ ਰਹੇ। ਸਮੇਂ ਨਾਲ ਫਿਰ ਦੇਖੋ ਵਿਸਾਖੀ ਕੀਰਤਪੁਰ ਸਾਹਿਬ ਵੀ ਜੋੜ ਮੇਲਾ ਹੁੰਦਾ ਰਿਹਾ। ਫਿਰ ਗੁਰਮੁਖੋ ਸ੍ਰੀ ਆਨੰਦਪੁਰ ਸਾਹਿਬ ਵਿਸਾਖੀ, ਤੇ ਉਸ ਉਪਰੰਤ ਫਿਰ ਆਨੰਦਪੁਰ ਸਾਹਿਬ ਹੋਲਾ ਮਹੱਲਾ ਪ੍ਰਸਿੱਧ ਹੋਇਆ।
ਤੇ ਵਿਸਾਖੀ ਦਮਦਮਾ ਸਾਹਿਬ, ਕਿਉਂਕਿ ਮਹਾਰਾਜ ਇੱਥੇ 10 ਮਹੀਨੇ ਲਗਭਗ ਰਹੇ ਆ ਤੇ ਇੱਥੇ ਫਿਰ ਬਹੁਤ ਵੱਡਾ ਅੰਮ੍ਰਿਤ ਸੰਚਾਰ ਕਰਾਇਆ। ਮਹਾਰਾਜ ਨੇ ਵਿਸਾਖੀ ਇੱਥੇ ਮਨਾਈ। ਉਦੋਂ ਤੇ ਫਿਰ ਇੱਥੇ ਗੁਰਮੁਖੋ ਦਮਦਮਾ ਸਾਹਿਬ ਵਿਸਾਖੀ ਦਾ ਜੋੜ ਮੇਲਾ ਸ਼ੁਰੂ ਹੋ ਗਿਆ ਤੇ ਆਨੰਦਪੁਰ ਸਾਹਿਬ ਹੋਲਾ ਮਹੱਲਾ, ਸ੍ਰੀ ਅੰਮ੍ਰਿਤਸਰ ਸਾਹਿਬ ਦੀਵਾਲੀ ਦਾ ਵੱਡਾ ਇਕੱਠ। ਇਹ 3 ਵੱਡੇ ਸਥਾਨਾਂ ਤੇ ਇਕੱਠ ਹੁੰਦੇ। ਇਸ ਉਪਰੰਤ ਹੋਰ ਵੀ ਜਗ੍ਹਾ ਜਗ੍ਹਾ ਜਿਹੜੇ ਆ ਇਕੱਠ ਹੁੰਦੇ ਨੇ। ਇਹ ਗੁਰਮਤਿ ਪ੍ਰਚਾਰ ਦਾ ਤੇ ਜੋੜ ਮੇਲਿਆਂ ਦਾ, ਸੰਗਤਾਂ ਦੇ ਮਿਲਣ ਦਾ, ਪਰਸਪਰ ਪ੍ਰੇਮ ਭਾਵਨਾ ਸਤਿਕਾਰ ਵਧਣ ਦਾ ਇਹ ਸਾਰਾ ਜਰੀਆ ਮਹਾਰਾਜ ਨੇ ਬਣਾਇਆ। ਉਹ ਗੁਰੂ ਸਾਹਿਬ ਜੀ ਦੇ ਸਮੇਂ ਤੇ ਫਿਰ ਇਹ ਭਾਈ ਹੋਈ ਬਿਦਤ ਅਬ ਹੋਵੇ ਨੀਤ, ਕਹਿੰਦੇ ਭਾਈ ਪ੍ਰਗਟ ਹੋਈ ਜੋ ਹੁਣ ਤੱਕ ਚੰਗੀ ਤਰ੍ਹਾਂ ਗੁਰੂ ਘਰ ਦੇ ਵਿੱਚ ਜੋੜ ਮੇਲਾ ਹੋ ਰਿਹਾ ਹੈ। ਸ੍ਰੀ ਦਾਸੂ ਬਾਬਾ ਜੀ ਤਬੈ, ਫਿਰ ਭਾਈ ਬਾਬਾ ਦਾਸੂ ਜੀ ਚੱਲਣ ਸੋ ਲਾਗੇ ਮਿਲ ਕਰ ਜਬੈ, ਜਦੋਂ ਸਭ ਨੂੰ ਮਿਲ ਕੇ ਚੱਲਣ ਲੱਗੇ ਹਨ। ਸ੍ਰੀ ਗੁਰ ਅਮਰ ਤਬੈ ਤਿਸ ਕਾਰ, ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਉਸ ਸਮੇਂ ਫਿਰ ਜੋ ਭਾਈ ਕਾਰ ਭੇਟਾ, ਦੀਨੀ ਭੇਟ ਸੋ ਅਨਕ ਪ੍ਰਕਾਰ, ਅਨੇਕਾਂ ਤਰ੍ਹਾਂ ਦੀ ਵਿਦਾਇਗੀ ਕਰਦੇ ਆ ਗੁਰੂ ਕੇ ਪੁੱਤਰ ਜਾਣ ਕੇ ਵੀ ਮੇਰੇ ਸਤਿਗੁਰੂ ਦੇ ਪੁੱਤਰ ਹੈ। ਭੇਟ ਰੂਪ ਅਨੇਕ ਪ੍ਰਕਾਰ ਦਿੱਤਾ ਹੈ। ਬਹੁ ਆਦਰ ਸੋ ਬਿਦਾ ਸੋ ਕੀਨੇ, ਬਹੁਤ ਆਦਰ ਦੇ ਨਾਲ ਬਾਬਾ ਦਾਸੂ ਜੀ ਨੂੰ ਗੁਰੂ ਅਮਰਦਾਸ ਮਹਾਰਾਜ ਨੇ ਵਿਦਾ ਕੀਤਾ ਹੈ। ਜਾਣੇ ਨਿਜ ਗੁਰ ਅੰਸ਼ ਪ੍ਰਬੀਨੇ, ਇਹ ਜਾਣਿਆ ਮੇਰੇ ਸਤਿਗੁਰੂ ਦੀ ਅੰਸ਼ ਹੈ, ਪ੍ਰਬੀਨ ਸਿਆਣੀ ਅੰਸ਼ ਹੈ। ਸੰਗਤ ਨਿਜ ਨਿਜ ਧਾਮ ਸਿਧਾਈ, ਫਿਰ ਵਿਸਾਖੀ ਜੋੜ ਮੇਲੇ ਤੋਂ ਬਾਅਦ ਸੰਗਤਾਂ ਵੀ ਆਪੋ ਆਪਣੇ ਘਰਾਂ ਨੂੰ ਚਲੀਆਂ ਗਈਆਂ। ਕਬ ਗੁਰ ਚਰਨਨ ਪਰ ਬਲ ਜਾਈ, ਕਵੀ ਸੰਤ ਰੇਣ ਪ੍ਰੇਮ ਸਿੰਘ ਜੀ ਕਹਿੰਦੇ ਭਾਈ ਮੈਂ ਕਵੀ ਗੁਰੂ ਦੇ ਚਰਨਾਂ ਤੋਂ ਬਲਿਹਾਰ ਜਾਂਦਾ ਹਾਂ। ਦੋ ਹੋਰਾ ਸ੍ਰੀ ਸਤਿਗੁਰ ਇਸ ਰੀਤ ਨਿਤ, ਕਰਤ ਸਿੱਖਨ ਕਲਿਆਣ। ਇਧਰ ਹੁਣ ਸ੍ਰੀ ਗੁਰੂ ਅਮਰਦਾਸ ਜੀ ਇਸ ਮਰਜ਼ਾਦਾ ਤਹਿਤ ਹਮੇ ਹਰ ਰੋਜ਼ ਸਿੱਖਾਂ ਦਾ ਕਲਿਆਣ ਕਰੇ ਭਾਵ ਮੁਕਤੀ ਛੇਮ ਬਖਸ਼ ਰਹੇ ਹਨ। ਨਾਮ ਦਾਨ ਦੇ ਮੁਕਤ ਹਿਤ, ਯਾ ਹਰ ਜੋਤ ਜਹਾਨ। ਇਹ ਗੁਰੂ ਸਾਹਿਬ ਜੀ ਨਾਮ ਦੇ ਦਾਤ ਔਰ ਮੁਕਤੀ ਦੇਣ ਵਾਸਤੇ ਜਾਣੋ ਪਰਮੇਸ਼ਰ ਦੀ ਜ਼ਾਹਰਾ ਜੋਤ ਜਗਤ ਦੇ ਵਿੱਚ ਪ੍ਰਗਟ ਹਨ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਬਤ ਭੱਟ ਬਾਣੀ ਵਿੱਚ ਕਹਿੰਦੇ ਹਨ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਇਹ ਪੰਗਤੀ ਗੁਰਮੁਖੋ ਗੁਰੂ ਅਮਰਦਾਸ ਮਹਾਰਾਜ ਜੀ ਦੇ ਪ੍ਰਥਾਏ ਭੱਟਾਂ ਨੇ ਉਪਮਾ ਵਿੱਚ ਉਚਾਰਨ ਕੀਤੀ, ਕਿਉਂਕਿ ਜਿਹੜੇ ਭੱਟ ਸਨ ਉਹ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਮੇਂ ਤੋਂ ਆਉਣਾ ਸ਼ੁਰੂ ਹੋ ਗਏ, ਗੁਰੂ ਘਰ ਦੇ ਵਿੱਚ ਆ ਗਏ ਸੀ। ਫਿਰ ਅੱਗੇ ਉਹਨਾਂ ਦੇ ਪੁੱਤਰ ਇਹ ਪੋਤਰੇ ਉਹ ਗੁਰੂ ਘਰ ਵਿੱਚ ਰਹੇ। ਐਸੇ ਭੱਟ ਫਿਰ ਜਿਨ੍ਹਾਂ ਸ਼ਹੀਦੀਆਂ ਵੀ ਪਾਈਆਂ, ਛੇਵੇਂ ਪਾਤਸ਼ਾਹ ਮੌਕੇ ਜੰਗਾਂ ਯੁੱਧਾਂ ਵੀ ਲੜੀਆਂ, ਤੇ ਇਹ ਕਿਰਪਾ ਗੁਰੂ ਘਰ ਦੀ ਹੋਈ ਤੇ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਇਹ ਪਰਮੇਸ਼ਰ ਆਪ ਹੀ ਹੈ ਗੁਰੂ ਅਮਰਦਾਸ ਜੋ ਜਗਤ ਵਿੱਚ ਪ੍ਰਗਟ ਰੂਪ ਹਨ। ਸੋਰਠਾ ਦਰਸ਼ਨ ਪੂਰਬ ਅਭੀਚ, ਪੁੰਨ ਰੂਪ ਤੀਰਥ ਗੁਰੂ। ਹੁਣ ਉਹ ਸਮਾਂ ਆਇਆ ਜਦੋਂ ਭਾਈ ਪੂਰਬ ਅਭੀਚ, ਇੱਕ ਅਭੀਚ ਨਛੱਤਰ ਹੈ, ਇਹ ਉਹ ਸਮਾਂ ਆ ਗਿਆ ਦਰਸ਼ਨ ਦੇਣ ਵਾਸਤੇ ਜਿਹੜਾ ਭਾਈ ਪੂਰਬ ਅਭੀਚ ਪੁੰਨ ਰੂਪ ਤੀਰਥ ਗੁਰੂ। ਪੁੰਨ ਸਰੂਪ ਤੀਰਥ ਗੁਰੂ ਹੈ। ਸਭ ਤੋਂ ਵੱਡਾ ਤੀਰਥ ਕੀ ਹੈ? ਗੁਰੂ। ਤੇ ਗੁਰੂ ਦੇ ਦਰਸ਼ਨ ਜਿਹੜੇ ਨੇ ਇਹ ਪੂਰਬ ਅਭੀਚ ਇਸ਼ਨਾਨ ਹੈ, ਪੁੰਨ ਹੈ ਵੱਡਾ। ਜਿਵੇਂ ਅਭੀਚ ਇੱਕ 27 ਨਛੱਤਰਾਂ ਦੇ ਵਿੱਚੋਂ ਨਛੱਤਰ ਹੈ, ਉਸ ਸਮੇਂ ਅਭੀਚ ਨਛੱਤਰ ਵਿੱਚ ਕੀਤਾ ਹੋਇਆ ਇਸ਼ਨਾਨ
ਸਨਾਤਨ ਧਰਮ ਦੇ ਵਿੱਚ ਇਹਦਾ ਫਲ ਬਹੁਤ ਗਿਣਿਆ। ਤੇ ਇੱਥੇ ਸੰਤ ਰੇਣ ਜੀ ਕਹਿੰਦੇ ਭਾਈ ਗੁਰੂ ਹੈ ਪੁੰਨ ਰੂਪੀ ਤੀਰਥ, ਜਿਹਦੇ ਵਿੱਚ ਇਸ਼ਨਾਨ ਕਰੀਏ ਇਹ ਦਰਸ਼ਨਾਂ ਰੂਪੀ ਅਭੀਚ ਸਮਾਂ ਤੇ ਬੇਅੰਤ ਪੁੰਨ ਪ੍ਰਾਪਤ ਹੁੰਦੇ ਆ। ਗੁਰੂ ਮਹਾਰਾਜ ਦੀ ਸਤਸੰਗ ਕਰਨੀ ਮਿਟਹਿ ਜਨਮ ਅਰ ਮੀਚ, ਮੱਜੈ ਜੈ ਪ੍ਰੇਮੀ ਭਗਤ। ਤਾਂ ਜਾਣੋ ਕਿ ਜਿਹੜਾ ਕੋਈ ਗੁਰੂ ਰੂਪੀ ਤੀਰਥ ਵਿੱਚ ਇਸ਼ਨਾਨ ਕਰ ਲੈਂਦਾ, ਭਾਵ ਗੁਰੂ ਉਪਦੇਸ਼ ਨਾਲ ਜੁੜ ਗਿਆ, ਮਿਟਹਿ ਜਨਮ ਅਰ ਮੀਚ। ਮੀਚ ਕਹੀਏ ਮੌਤ, ਜਿਵੇਂ ਗੁਰਬਾਣੀ ਵਿੱਚ ਆਉਂਦਾ ਮੀਚ ਬਿਲਈਐ ਖਈ ਹੈ ਰੇ, ਇਸ ਤਰ੍ਹਾਂ ਮੀਚ ਦਾ ਅਰਥ ਮੌਤ ਹੈ। ਜਨਮ ਤੇ ਮਰਨ ਦਾ ਮਿਟ ਜਾਂਦਾ। ਮੱਜਹਿ ਜੈ ਪ੍ਰੇਮੀ ਭਗਤ, ਜਿਹੜਾ ਕੋਈ ਭਾਈ ਗੁਰੂ ਕਾ ਪ੍ਰੇਮੀ ਭਗਤ ਪਿਆਰਾ ਇਸ਼ਨਾਨ ਕਰਦਾ ਹੈ। ਚੌਪਈ ਨਿਰਮਲ ਗਿਆਨ ਜਾਹੇ ਬਚ ਬਾਰੀ, ਇਹ ਜਾਣੋ ਭਾਈ ਨਿਰਮਲ ਗਿਆਨ ਜਿਹੜਾ ਗੁਰੂ ਦਾ ਪਵਿੱਤਰ ਗਿਆਨ ਹੈ, ਜਾਹੇ ਬਚ ਬਾਰੀ, ਇਹ ਜਾਣੋ ਭਾਈ ਬਾਰੀ ਬਾਰੀ ਜਲ ਹੈ, ਸ਼ੁੱਧ ਪਵਿੱਤਰ ਜਲ। ਜੋਗ ਵਰਾਗ ਕੂਲ ਸੁਖਕਾਰੀ, ਤੇ ਜਿਹੜਾ ਕੋਈ ਜੋਗ ਵਰਾਗ ਕੂਲ, ਕੂਲ ਦਾ ਭਾਵ ਹੈ ਅਨੁਸਾਰੀ ਹੋ ਜਾਣਾ, ਤੇ ਕੂਲ ਸੁਖਕਾਰੀ, ਜੋਗ ਵਰਾਗ ਰੂਪੀ ਜੋਗ ਦੇ ਅਨੁਸਾਰ ਹੋ ਗਿਆ, ਉਹ ਸੁਖਕਾਰੀ ਹੈ, ਸੁਖਦਾਇਕ ਹੈ। ਸਿੱਖ ਸੰਗਤ ਜਲ ਜੰਤ ਅਨੇਕਾ, ਤੇ ਇਹ ਫਿਰ ਭਾਈ ਜਿਹੜੀਆਂ ਸਿੱਖ ਸੰਗਤਾਂ ਨੇ ਉਹ ਜਿਵੇਂ ਜਲ ਜੰਤੂ ਹੁੰਦੇ ਆ, ਕਿਉਂ ਗੁਰੂ ਮਹਾਰਾਜ ਦੇ ਗੁਰੂ ਰੂਪ ਤੀਰਥ ਦੇ ਵਿੱਚ ਸਿੱਖ ਰੂ ਸੰਗਤਾਂ ਅਨੇਕਾਂ ਜਲ ਜੰਤੂਆਂ ਸਰੂਪ ਹਨ। ਸਮਦਮ ਸਤ ਸੰਤੋਖ ਵਿਵੇਕਾ, ਤੇ ਕਿੰਨਾ ਕੁ ਛਕਦੀਆਂ ਨੇ ਸਮਦਮ, ਇੰਦਰੀਆਂ ਦਾ ਨੂੰ ਸਮਦਮ ਕਰਨਾ। ਜਿਵੇਂ ਜਿਹੜੇ ਹੈ ਇੰਦਰੇ ਕਰਮ ਔਰ ਗਿਆਨ, ਇਹਨਾਂ ਦੇ ਜਿਵੇਂ ਗਿਆਨ ਇੰਦਰੇ ਮਨ ਇਤਿਆਦਿਕ ਉਹਦੇ ਫੁਰਨੇ ਰੋਕਣੇ, ਤੇ ਜਿਹੜੇ ਭਾਈ ਕਰਮ ਇੰਦਰੇ ਹੈ ਇਹਨਾਂ ਨੂੰ ਵਿਕਾਰਾਂ ਵੱਲੋਂ ਰੋਕਣਾ, ਇਹਨੂੰ ਕਿਹਾ ਜਾਂਦਾ ਸਮਦਮ। ਸਤ ਸੰਤੋਖ ਵਿਵੇਕਾ, ਸਤ ਸੰਤੋਖ ਵਿਵੇਕ ਭਾਵ ਗਿਆਨ ਇਤਿਆਦਿਕ ਇਹ ਪ੍ਰਾਪਤ ਕਰਦੇ ਨੇ। ਸੁਚ ਸੰਜਮ ਇਸ਼ਨਾਨ ਅਰ ਧਿਆਨਾ, ਫਿਰ ਗੁਰੂ ਰੂਪ ਤੀਰਥ ਦੇ ਵਿੱਚ ਕੀ ਹੈ? ਸੁਚ ਸੰਜਮ, ਜਿਹੜਾ ਹੈ ਸੰਜਮ ਰੱਖਣਾ, ਮਨ ਕਰਕੇ, ਗਿਆਨ ਇੰਦਰੀਆਂ ਕਰਕੇ ਵੀ, ਕਰਮ ਇੰਦਰੀਆਂ ਕਰਕੇ ਵੀ। ਇਹ ਭਾਈ ਸੁਚ ਪਵਿੱਤਰਤਾ ਰੱਖਣੀ ਗਿਆਨ ਕਰਮ ਇੰਦਰੀਆਂ ਵਿੱਚ, ਔਰ ਸੰਜਮੀ ਬਣਾਉਣਾ। ਇਸ਼ਨਾਨ ਅਰ ਧਿਆਨਾ, ਇਹ ਭਾਈ ਅਸਲ ਇਸ਼ਨਾਨ, ਫਿਰ ਬਾਹਰੀ ਇਸ਼ਨਾਨ ਵੀ ਹੈ, ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ ਔਰ ਧਿਆਨ ਧਰਨਾ ਹੈ। ਇਹੋ ਸਭ ਖਿਰੇ ਕਮਲ ਬਿਦ ਨਾਨਾ, ਜਿਹੜੇ ਕੋਈ ਇਹ ਕਰਦੇ ਨੇ ਧਿਆਨ ਧਰਦੇ, ਉਹ ਜਾਣੋ ਗੁਰੂ ਰੂਪੀ ਤੀਰਥ ਤੇ ਜਿਹੜੇ ਸ਼ੁਭ ਤਰ੍ਹਾਂ ਨਾਲ ਭਾਈ ਤਰ੍ਹਾਂ ਤਰ੍ਹਾਂ ਦੇ ਕਿੰਨੇ ਬਿਦ ਨਾਨਾ ਤਰ੍ਹਾਂ ਦੇ ਗੁਰਸਿੱਖ ਕਮਲ ਰੂਪ ਵਾਂਗ ਖਿੜੇ ਹਨ। ਕਾਲ ਮਲ ਕਲ ਕੇ ਕਾਲ ਮਲੀਨਾ, ਫਿਰ ਇਸ਼ਨਾਨ ਨਾਲ ਜਿਵੇਂ ਮੈਲ ਦੂਰ ਹੁੰਦੀ ਹੈ, ਇਸੇ ਤਰ੍ਹਾਂ ਕਲ ਮਲ ਕਲ ਕੇ, ਇਹ ਜਿਹੜੇ ਕਲਯੁਗ ਦੇ ਪਾਪ ਹਨ, ਕਲਮਲ ਹਨ, ਕਲ ਮਲ ਪਾਪਾਂ ਰੂਪੀ ਮੈਲ ਕਲ ਕੇ ਕਲਯੁਗ ਦੇ, ਕਾਲ ਮਲੀਨਾ ਇਹ ਭਾਈ ਜਿਹੜਾ ਹੈ, ਔਰ ਕਾਲ ਇਹ ਮਲੀਨਤਾ ਜਿਹੜੀ ਅੰਦਰ ਦੀ। ਦਰਸ਼ਨ ਮੱਜਨ ਤੇ ਕਰਹੀਨਾ, ਗੁਰੂ ਦੇ ਦਰਸ਼ਨਾਂ ਰੂਪੀ ਇਸ਼ਨਾਨ ਕਰਨ ਦੇ ਨਾਲ ਇਹਨਾਂ ਪਾਪਾਂ ਨੂੰ ਵੀ ਦੂਰ ਕਰ ਲੈਂਦਾ, ਮਲੀਨਤਾ ਵਿਕਾਰਾਂ ਦੀ ਇਹਨੂੰ ਹੀਨਾ ਕਰ ਦਿੰਦਾ, ਨਾਸ਼ ਕਰ ਲੈਂਦਾ ਹੈ। ਸੀਤਲਤਾ ਮੁਕਤੀ ਜਿਸ ਮਾਹੀ, ਫਿਰ ਜਲ ਠੰਡਾ ਹੁੰਦਾ ਹੈ। ਇਹ ਜਾਣੋ ਭਾਈ ਗੁਰੂ ਰੂਪੀ ਤੀਰਥ ਵਿੱਚ ਸੀਤਲ ਠੰਡਕ ਕਾਹਦੀ ਹੈ? ਮੁਕਤੀ ਦੀ। ਸੀਤਲਤਾ ਮੁਕਤੀ ਜਿਸ ਮਾਹੀ, ਜਿਸ ਗੁਰੂ ਵਿੱਚ ਸੀਤਲਤਾ ਰੂਪੀ ਮੁਕਤੀ ਹੈ। ਵੱਡੇ ਭਾਗ ਪ੍ਰਾਪਤ ਹੋਏ ਤਾਹੀ, ਇਹ ਭਾਈ ਜੀ ਦੇ ਬਹੁਤ ਵੱਡੇ ਭਾਗ ਨੇ ਨਾ, ਉਸ ਨੂੰ ਪ੍ਰਾਪਤ ਹੁੰਦੀ ਹੈ।
ਗੰਗਾ ਆਦਿਤ ਤੀਰਥ ਜੇ। ਜਿਹੜੇ ਭਾਈ ਗੰਗਾ ਇਤਿਆਦਿਕ ਤੀਰਥ ਹਨ, ਮੱਜਹਿ ਕਲੀ ਕਾਲ ਨਰ ਤੇ। ਕਲੀ ਕਲਯੁਗ ਦੇ ਵਿੱਚ ਇਹ ਬਹੁਤ ਲੋਕੀ ਇਸ਼ਨਾਨ ਕਰਦੇ ਹਨ। ਅਨਗਨ ਪਾਪ ਤਜੇ ਤਿਨ ਮਾਹੀ। ਤੇ ਉਹਨਾਂ ਦੇ ਵਿੱਚ ਹੁਣ ਇਸ਼ਨਾਨ ਕਰ ਕਰਕੇ ਗੰਗਾ ਇਤਿਆਦਿਕ ਤੀਰਥਾਂ ਤੇ ਅਨਗਨ ਪਾਪ ਤਜੇ। ਅਨੇਕਾਂ ਅਣਗਿਣਤ ਪਾਪ ਦੁਨੀਆ ਲਾ ਆਉਂਦੀ ਹੈ। ਗੰਗਾ ਪਰ ਇਸ਼ਨਾਨ ਕਰ ਤਿਨ ਕੋ ਭਾਰਤ ਸਹਾਰਤ ਨਾਹੀ। ਤੇ ਹੁਣ ਉਹ ਪਾਪਾਂ ਦਾ ਇੰਨਾ ਭਾਰ ਉਹਨਾਂ ਤੀਰਥਾਂ ਤੇ ਵੀ ਹੋ ਗਿਆ ਸੀ ਕਿ ਉਹ ਇਹਨਾਂ ਪਾਪਾਂ ਦੇ ਭਾਰ ਨੂੰ ਸਹਾਰ ਨਹੀਂ ਸੀ ਸਕਦੇ। ਭਾਵ ਦੁਨੀਆ ਜਾਂਦੀ ਆਪਣੀ ਮਲੀਨਤਾ ਪਾਪ ਲਾਉਣ ਤੇ ਤੀਰਥ ਵੀ ਪਾਪ ਇਕੱਠੇ ਕਰੋ, ਉਹਨਾਂ ਦੇ ਵੀ ਪਾਪ ਫਿਰ ਦੂਰ, ਇੰਨਾ ਭਾਰ ਹੋ ਜਾਣਾ ਮਲੀਨਤਾ ਦਾ। ਤੀਰਥਾਂ ਨੂੰ ਵੀ ਕੋਈ ਪਵਿੱਤਰ ਕਰਨ ਵਾਲਾ ਚਾਹੀਦਾ ਹੈ। ਉਹ ਵੀ ਭਾਰ ਜਿਹੜਾ ਸਹਾਰ ਨਹੀਂ ਰਹੇ ਸਨ। ਜਾਂ ਤੋ ਸ੍ਰੀ ਸਤਿਗੁਰੂ ਅਰਾਧਾ। ਤਾਂ ਤੇ ਫਿਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ ਤਰ੍ਹਾਂ ਦਾ ਅਰਾਧਾ ਭਾਵ ਸੋਚਿਆ, ਆਨ ਚਰਨ ਪਾਵੋ ਹੱਥ ਬਾਧਾ। ਜਾਂ ਦੂਜਾ ਪੱਖ, ਜਾਂ ਤੋ ਸ੍ਰੀ ਸਤਿਗੁਰੂ ਅਰਾਧਾ। ਫਿਰ ਉਹਨਾਂ ਤੀਰਥਾਂ ਨੇ ਭਾਈ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੂੰ ਰਾਧਿਆ, ਯਾਦ ਕੀਤਾ ਵੀ ਹੇ ਗੁਰੂ ਅਮਰਦਾਸ ਜੀ, ਆਨ ਚਰਨ ਪਾਵੋ ਹੱਥ ਬਾਧਾ। ਕਿਰਪਾ ਕਰੋ ਹੁਣ ਸਾਡੇ ਵਿੱਚ ਆ ਕੇ ਤੁਸੀਂ ਆਪਣੇ ਚਰਨ ਪਾਓ, ਤਾਂ ਕਿ ਸਾਨੂੰ ਵੀ ਪਵਿੱਤਰਤਾ ਮਿਲੇ, ਆ ਸਾਡਾ ਭਾਰ ਪਾਪਾਂ ਦਾ ਲਹੇ। ਪਾਪਨ ਤੇ ਪੀੜਤ ਹਮ ਹੋਏ। ਤੀਰਥ ਬੇਨਤੀਆਂ ਕਰਨ ਲੱਗੇ ਗੁਰੂ ਅਮਰਦਾਸ ਜੀ। ਦੁਨੀਆ ਪਾਪ ਲਾ ਜਾਂਦੀ ਹੈ ਤੇ ਅਸੀਂ ਦੁਨੀਆ ਦੇ ਪਾਪਾਂ ਨਾਲ ਦੁਖੀ ਹੋਏ ਪਏ ਹਾਂ। ਕਰ ਕਰ ਦੋਸ਼ ਹਮੋ ਮਹਿ ਧੋਏ। ਆ ਸੰਸਾਰ ਤਾਂ ਦੋਸ਼ ਪਾਪ ਕਰ ਕਰਕੇ ਸਾਡੇ ਇੱਥੇ ਆ ਕੇ ਨਹਾ ਕੇ ਧੋ ਕੇ ਚਲੇ ਜਾਂਦੇ ਹਨ। ਹੇ ਸਤਿਗੁਰ ਤੁਮਰੇ ਪਗ ਪਾਵਨ। ਹੇ ਸਤਿਗੁਰੂ ਜੀ, ਜਿਹੜੇ ਤੁਹਾਡੇ ਚਰਨ ਹਨ ਉਹ ਪਵਿੱਤਰ ਨੇ। ਜਬ ਹਮ ਬਿਖੈ ਕਰੋਗੇ ਪਾਵਨ। ਜਦੋਂ ਤੁਸੀਂ ਮਹਾਰਾਜ ਸਾਡੇ ਵਿੱਚ ਆਪਣੇ ਚਰਨ ਪਾਉਣਾ ਕਰੋਗੇ, ਤਤ ਛਿਨ ਹਮ ਸਭ ਹੋਏ ਸੁਖਾਰੇ। ਤਾਂ ਅਸੀਂ ਵੀ ਤੁਰੰਤ ਹੀ ਸਾਰੇ ਸੁਖਦਾਈ ਹੋ ਜਾਵਾਂਗੇ, ਸੌਖੇ ਹੋ ਜਾਵਾਂਗੇ। ਆਵੋ ਤੂਰਨ ਕਰਨਾ ਧਾਰੇ। ਐ ਕਿਰਪਾ ਧਾਰ ਕੇ ਸਤਿਗੁਰੂ ਜੀ ਹੁਣ ਕਿਰਪਾ ਕਰੋ, ਤੁਰੰਤ ਤੁਸੀਂ ਪਹੁੰਚੋ। ਸਭ ਤੀਰਥ ਕੋ ਲਖ ਵਿਪਰਾਏ। ਤੋ ਸਾਰੇ ਤੀਰਥਾਂ ਨੂੰ ਦਾ ਇਹ ਵਿਪਰਾਏ ਭਾਵ ਫਿਰ ਤਾਰਨ ਦਾ ਪ੍ਰਯੋਜਨ ਜਾਣ ਕਰਕੇ ਭਏ ਤਿਆਰ ਸੰਗਤ ਸੰਗ ਲਾਏ। ਗੁਰੂ ਅਮਰਦਾਸ ਮਹਾਰਾਜ ਜੀ ਹੁਣ ਸੰਗਤਾਂ ਨੂੰ ਨਾਲ ਲੈ ਕੇ ਤੀਰਥਾਂ ਪਰ ਜਾਣ ਲਈ ਤਿਆਰ ਹੋਏ ਹਨ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ ਤ੍ਰਿਤੀਆ ਮਹੱਲੇ। ਇੱਥੇ ਤੱਕ ਭਾਈ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਤੀਜੇ ਮਹੱਲੇ ਦੇ ਗੋਇੰਦਵਾਲ ਮੇਲਾ ਲੱਗਣ ਪ੍ਰਸੰਗ ਵਰਣਨ, ਕਿ ਗੋਇੰਦਵਾਲ ਸਾਹਿਬ ਦੇ ਵਿੱਚ ਜੋ ਵਿਸਾਖੀ ਦਾ ਜੋੜ ਮੇਲਾ ਲੱਗਿਆ ਉਹ ਪ੍ਰਸੰਗ ਵਰਣਨ ਕੀਤਾ ਹੈ। ਨਾਮ ਅਸ਼ਟਮੋ ਮੰਦਰ ਹੈ। ਇਹ ਭਾਈ 8ਵੇਂ ਘਰ ਦਾ ਪ੍ਰਸੰਗ ਹੈ। ਦੋਹਰਾ ਅੱਗੇ 9ਵੇਂ ਘਰ ਦਾ ਪ੍ਰਸੰਗ ਦੱਸ ਰਹੇ ਹਨ। ਜਾਨੀ ਬਿਰਥਾ ਤੀਰਥਨ ਤਬ ਗੁਰ ਹੋਏ ਤਿਆਰ। ਤਾਂ ਭਾਈ ਤੀਰਥਾਂ ਦੀ ਬਿਰਥਾ ਪੀੜਾ ਦੁੱਖ ਨੂੰ ਜਾਣਿਆ। ਗੁਰੂ ਅਮਰਦਾਸ ਜੀ ਮਹਾਰਾਜ ਹੁਣ ਗੋਇੰਦਵਾਲ ਸਾਹਿਬ ਤੋਂ ਚੱਲਣ ਲਈ ਤਿਆਰ ਹੋਏ ਹਨ। ਸਿੱਖ ਸੰਗਤ ਜਹ ਕਹਿ ਸੁਨਿਓ ਆਏ ਗੋਇੰਦਵਾਲ। ਤੇ ਸਿੱਖ ਸੰਗਤਾਂ ਨੇ ਜਿੱਥੇ ਕਿੱਥੇ ਵੀ ਸੁਣਿਆ ਤਾਂ ਉਹ ਫਿਰ ਗੋਇੰਦਵਾਲ ਸਾਹਿਬ ਪਹੁੰਚੇ ਕਿ ਮਹਾਰਾਜ ਨਾਲ ਚੱਲਾਂਗੇ, ਨਾਲੇ ਆਪਾਂ ਜਾ ਆਵਾਂਗੇ ਸਾਰੀ ਜਗ੍ਹਾ ਤੇ। ਗੁਰੂ ਸਾਹਿਬ ਦੀ ਸੰਗਤ ਵੀ ਪ੍ਰਾਪਤ ਹੋਊਗੀ, ਗੁਰੂ ਸਾਹਿਬ ਦਾ ਉਪਦੇਸ਼ ਵੀ ਪ੍ਰਾਪਤ ਹੁੰਦਾ ਰਹੇਗਾ। ਇਸ ਤਰ੍ਹਾਂ ਸਾਰੀਆਂ ਸੰਗਤਾਂ ਗੋਇੰਦਵਾਲ ਸਾਹਿਬ ਜਿੱਥੇ ਕਿੱਥੇ ਜਿਹਨੇ ਸੁਣਿਆ ਪਹੁੰਚ ਗਏ।
ਚੌਪਈ ਸਭ ਸੰਗਤ ਸਿਮਰਨ ਹਰ ਨਾਮ। ਸਾਰੀਆਂ ਸੰਗਤਾਂ ਪਰਮੇਸ਼ਰ ਦਾ ਨਾਮ ਸਿਮਰਦੀਆਂ ਨੇ। ਹੋਤ ਕੀਰਤਨ ਧੁਨ ਅਬਿਰਾਮ। ਅਬਿਰਾਮ ਸੁੰਦਰ ਕੀਰਤਨ ਦੀਆਂ ਜਸ ਮਹਿਮਾ ਦੀਆਂ ਸੁੰਦਰ ਧੁਨਾਂ ਆਵਾਜ਼ਾਂ ਹੋ ਰਹੀਆਂ। ਗੋਇੰਦਵਾਲ ਤਿਆਗ ਕਰ ਚੱਲੇ। ਹੁਣ ਗੋਇੰਦਵਾਲ ਨੂੰ ਛੱਡ ਕਰਕੇ ਗੁਰੂ ਸਾਹਿਬ ਤੀਰਥਾਂ ਨੂੰ ਤਾਰਨ ਵਾਸਤੇ ਚੱਲੇ ਹਨ। ਸਨੇ ਸਨੇ ਮਗ ਮਹਿ ਬਹੁ ਮਿਲੇ। ਹੌਲੀ ਹੌਲੀ ਰਸਤਿਆਂ ਵਿੱਚ ਬਹੁਤ ਜਗ੍ਹਾ ਸੰਗਤਾਂ ਮਿਲੀਆਂ ਨੇ। ਇੱਕ ਤੋ ਨਿਤ ਗੁਰ ਦਰਸ਼ਨ ਕਰੈ। ਇੱਕ ਤੇ ਦੇਖੋ ਨਾਲ ਚੱਲੀਆਂ ਸੰਗਤਾਂ, ਬਹੁਤ ਸੰਗਤ ਨਾਲ ਮਿਲਦੀ ਜਾਂਦੀ। ਇੱਕ ਤੇ ਰੋਜ਼ ਸਤਿਗੁਰੂ ਦੇ ਦਰਸ਼ਨ ਕਰਦੇ ਐ। ਕੀਰਤਨ ਸੁਨੈ ਅਗਨ ਪਰ ਹਰੈ। ਤੇ ਨਾਲੇ ਕੀਰਤਨ ਸੁਣਦੇ ਐ, ਗੁਰੂ ਦਾ ਉਪਦੇਸ਼ ਸੁਣਦੇ ਨੇ। ਅਗਨ ਪਰ ਹਰੈ, ਅਗਨ ਕਹਿੰਦੇ ਨੇ ਪਾਪਾਂ ਨੂੰ, ਤੇ ਪਾਪਾਂ ਨੂੰ ਦੂਰ ਕਰਦੇ ਹਨ। ਬਹੁਰ ਜੇ ਜੀਆ ਤੁਰਕਨ ਕੇਰਾ। ਫਿਰ ਜਿਹਨੂੰ ਹਿੰਦੂਆਂ ਨੂੰ ਪਤਾ ਲੱਗਿਆ ਵੀ ਗੁਰੂ ਅਮਰਦਾਸ ਮਹਾਰਾਜ ਜਾ ਰਹੇ ਆ, ਤਾਂ ਹਿੰਦੂ ਬਹੁਤ ਇਕੱਠੇ ਹੋ ਗਏ। ਕਿਉਂਕਿ ਉਹਨਾਂ ਸਮਿਆਂ ਵਿੱਚ ਹਿੰਦੂ ਤੀਰਥ ਸਥਾਨਾਂ ਦੇ ਉੱਤੇ ਮੁਸਲਮਾਨਾਂ ਨੇ ਇੱਕ ਜੇਜੀਆ ਟੈਕਸ ਲਾਇਆ ਹੋਇਆ ਸੀ ਕਿ ਜਿਹੜਾ ਵੀ ਕੋਈ ਤੀਰਥ ਪਰ ਆਊ ਉਹਨੂੰ ਟੈਕਸ ਦੇਣਾ ਪੈਂਦਾ ਹੁੰਦਾ ਸੀ। ਇਹ ਗੁਰੂ ਅਮਰਦਾਸ ਮਹਾਰਾਜ ਨੇ ਗੁਰਮੁਖੋ ਬੰਦ ਕਰਵਾਇਆ ਸੀ। ਅਲੱਗ-ਅਲੱਗ ਹੈ ਨਾ, ਹੁਣ ਜਿਵੇਂ ਹੁਣ ਸਰਕਾਰਾਂ ਨੇ ਹੁਣ ਥੋੜੇ ਦਿਨ ਹੋਏ ਜਾਂ ਸਰਕਾਰ ਨੇ ਕਰਤਾ ਵੀ ਜਿਹੜਾ ਵੀ ਕੋਈ ਧਰਮ ਸਥਾਨ ਤੇ 2 ਲੱਖ ਰੁਪਏ ਤੋਂ ਵੱਧ ਦਾਨ ਕਰੋ ਉਹਨੂੰ ਟੈਕਸ ਦੇਣਾ ਪਊ। ਇਹਨਾਂ ਨੂੰ ਜਿੰਨੇ ਮਰਜ਼ੀ ਦੇ ਦਿਓ, ਉਹ ਹੜੱਪ ਲੈਣਗੇ, ਪਰ ਨਹੀਂ ਧਰਮ ਸਥਾਨ ਤੇ ਨਾ ਕਹਿੰਦੇ ਦਿਓ। ਇਹ ਆਨੇ ਬਹਾਨੇ ਕੋਈ ਨਾ ਕੋਈ ਇਹੋ ਜਿਹਾ ਕੁਛ ਹੋ ਰਿਹਾ ਹੈ। ਇਹ ਵੀ ਗੁਰਮੁਖੋ ਹੁਣ ਬਾਕੀ ਹੈ ਅਡਾਨੀ ਹੈ। ਥਾਂ ਥਾਂ ਤੇ ਜਿਹੜਾ ਸੜਕਾਂ ਦੇ ਉੱਤੇ ਟੋਲ ਟੈਕਸ ਲੱਗੇ ਆ, ਇਹ ਵੀ ਜੇਜੀ ਅਡਾਨੀ ਹੈ। ਹੋਰ ਕੀ ਰੂਪ ਬਦਲ ਗਏ ਹੁਣ। ਤੇ ਇਹ ਸਾਰਾ ਕੁਝ ਆਪਾਂ ਵੇਖਦੇ ਆਂ ਵੀ ਤੀਰਥ ਪਰ ਜਾਣਾ ਹੁੰਦਾ, ਗੁਰੂ ਘਰਾਂ ਵਿੱਚ ਸਿੱਖ ਪਰਿਵਾਰ ਜਾਂਦੇ ਆ, ਤੇ ਕਿੰਨੇ ਜਗ੍ਹਾ ਦੇ ਉੱਤੇ ਫਿਰ ਇਹ ਲੱਗੇ ਹੋਏ ਆ। ਤੇ ਉਹ ਰਸਤੇ ਵਿੱਚ ਪੈਸੇ ਦੇ ਕੇ ਰੋਡ ਟੈਕਸ ਤਾਂ ਉਦੋਂ ਹੀ ਲੈ ਲੈਂਦੇ ਜਦੋਂ ਗੱਡੀ ਏਜੰਸੀ ਚੋਂ ਕੋਈ ਵੀ ਆਪਾਂ ਚਾਹੇ ਸਕੂਟਰ ਲੈ ਲਓ, ਗੱਡੀ ਲੈ ਲਓ, ਉੱਥੇ ਲੰਮਸਮ ਰੋਡ ਟੈਕਸ ਪਹਿਲਾਂ ਜਦੋਂ ਕਾਪੀ ਬਣਦੀ ਹੈ ਭਰਾ ਲਿਆ ਜਾਂਦਾ ਵੀ ਤੂੰ ਇਹ ਗੱਡੀ ਰੋਡ ਤੇ ਤੋਰਨੀ ਹੈ, ਉਹਦਾ ਲੰਮਸਮ ਟੈਕਸ ਇੰਨਾ ਪਹਿਲਾਂ ਹੀ ਭਰਾ ਦੇ। ਉਹ ਟੈਕਸ ਤਾਂ ਉਦੋਂ ਲੈ ਲਿਆ। ਉਸ ਤੋਂ ਬਾਅਦ ਹੁਣ ਆ ਜੇਜੀਆ ਡਨ, ਇਹ ਟੋਲ ਟੈਕਸ ਲੱਗ ਗਏ, ਲੁੱਟ ਦੇ ਅੱਡੇ। ਇਹ ਸਰਕਾਰਾਂ ਦੇ ਨਾਲ ਮਿਲ ਜੁਲ ਕੇ ਇਹ ਬਹੁਤ ਫਿਰ ਕਿੰਨੇ ਸਾਲਾਂ ਦਾ ਕੰਟੈਕਟ ਕਰ ਲੈਂਦੇ ਆ, ਤੇ ਫਿਰ ਲੁੱਟੀ ਜਾਂਦੇ ਆ ਲੋਕਾਂ ਨੂੰ। ਥੋੜੇ ਪੈਸੇ ਦੇਖੋ 50-50, 100-100, 200-200 ਲੈ ਕੇ ਕਿੰਨਾ ਇਕੱਠਾ ਕਰ ਲੈਂਦੇ ਹਨ। ਇਹੋ ਜਿਹੇ ਸਮੇਂ ਉਦੋਂ ਜਿਹੜਾ ਸੀ ਮੁਸਲਮਾਨਾਂ ਦਾ ਰਾਜ ਸੀ। ਹਿੰਦੂਆਂ ਨੂੰ ਤੀਰਥ ਪਰ ਜੇਜੀਆ ਡਨ ਦੇਣਾ ਪੈਂਦਾ ਹੁੰਦਾ ਸੀ, ਟੈਕਸ ਦੇਣਾ ਪੈਂਦਾ ਹੁੰਦਾ ਸੀ। ਇਸ ਕਰਕੇ ਬਹੁਤ ਲੋਕੀ ਮਿਲ ਗਏ। ਜਿਉਂ ਜਿਹਨੂੰ ਪਤਾ ਲੱਗੀ ਗਿਆ ਤੇ ਉਹ ਫਿਰ ਮਹਾਰਾਜ ਦੇ ਨਾਲ ਹੋ ਤੁਰੇ ਕਿ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜਿੱਥੇ ਜਾਣ, ਕਿਉਂਕਿ ਅਕਬਰ ਬਾਦਸ਼ਾਹ ਗੁਰੂ ਸਾਹਿਬ ਦੇ ਚਰਨੀ ਲੱਗ ਚੁੱਕਿਆ ਸੀ। ਉਹਨੇ ਐਲਾਨ ਕਰਤਾ ਸੀ ਕਿ ਗੁਰੂ ਅਮਰਦਾਸ ਮਹਾਰਾਜ ਜਿੱਥੇ ਵੀ ਜਾਂਦੇ ਆ ਇਹਨਾਂ ਨੂੰ ਕੋਈ ਰੋਕ ਨਹੀਂ ਸਕਦਾ। ਤਾਂ ਮਹਾਰਾਜ ਤੋਂ ਹੁਣ ਕਿਹਨੇ ਮੰਗਣਾ ਟੈਕਸ? ਫਿਰ ਗੁਰੂ ਸਾਹਿਬ ਨੇ ਕਿਹਾ ਇਹ ਬੰਦ ਕਰੋ, ਧਰਮ ਸਥਾਨਾਂ ਤੇ ਆਉਣ ਵਾਲੀਆਂ ਸੰਗਤਾਂ ਤੋਂ ਟੈਕਸ ਲੈਣਾ ਬੰਦ ਕਰੋ। ਗੁਰੂ ਸਾਹਿਬ ਗੁਰੂ ਅਮਰਦਾਸ ਮਹਾਰਾਜ ਨਾਲ ਬਹੁਤ ਸੰਗਤਾਂ ਇਕੱਠੀਆਂ ਹੋ ਰਹੀਆਂ। ਕੀਰਤਨ ਸੁਨੇ ਇੱਕ ਤੋਂ ਨਿਤ ਦਰਸ਼ਨ ਗੁਰ ਕਰੈ, ਕੀਰਤਨ ਸੁਨੇ ਅਗਨ ਪਰ ਹਰੈ। ਤਾਂ ਫਾਇਦਾ ਇਹ ਹੋ ਗਿਆ ਰੋਜ਼ ਦਰਸ਼ਨ ਕਰਦੇ, ਉਪਦੇਸ਼ ਸੁਣਦੇ, ਪਾਪ ਦੂਰ ਹੋ ਰਹੇ ਹੈ। ਬਹੁਰ ਜੇਜੀਆ ਤੁਰਕਨ ਕੇਰਾ। ਫਿਰ ਭਾਈ ਜਿਹੜਾ ਜੇਜੀਆ ਡਨ ਸੀ ਟੈਕਸ ਤੁਰਕਾਂ ਦਾ ਲਾਇਆ ਹੋਇਆ, ਬਿਨਾ ਦੀਏ ਉਲੰਘੈ ਸੁਖ ਹੇਰਾ। ਉਹ ਵੀ ਹੁਣ ਬਿਨਾ ਦਿੱਤੇ ਤੋਂ ਲੰਘ ਜਾਂਦੇ, ਇਹ ਸੁਖ ਜਾਣਿਆ ਹੈ। ਜਾਂ ਤੇ ਮਿਲਹਿ ਸੰਗ ਵੱਡ ਭਾਗੇ। ਇਸ ਕਰਕੇ ਭਾਈ ਵੱਡੇ ਭਾਗਾਂ ਵਾਲੇ ਸਤਿਗੁਰਾਂ ਦੇ ਸੰਗ ਮਿਲ ਗਏ।
ਚੱਲੇ ਜਾਤ ਮਗ ਪ੍ਰੇਮ ਸੋ ਪਾਗੇ। ਪ੍ਰੇਮ ਵਿੱਚ ਭਿੱਜੇ ਹੋਏ ਰਸਤੇ ਜਾ ਰਹੇ ਹਨ। ਉਲੰਘ ਬਿਪਾਸਾ ਸਲਤਾ ਸਾਰੇ। ਬਿਆਸਾ ਦਰਿਆ ਦਾ ਸਾਰਾ ਏਰੀਆ ਲੰਘ ਗਏ। ਦੇਸ ਦੁਆਬੇ ਵਿੱਚ ਪਧਾਰੇ। ਤੇ ਦੁਆਬੇ ਦੇਸ਼ ਦੇ ਵਿੱਚ ਜਾ ਪਹੁੰਚੇ। ਸਨੇ ਸਨੇ ਕਰ ਤਿਆਗਿਓ ਸਾਰੂ। ਹੌਲੀ ਹੌਲੀ ਚਲਦਿਆਂ ਦੁਆਬਾ ਦੇਸ਼ ਵੀ ਭਾਈ ਸਭ ਤਿਆਗਤਾ ਲੰਘ ਗਏ। ਸਤ ਦਰਬ ਕੋ ਪੁਨੇ ਆਏ ਨਿਹਾਰੂ। ਫਿਰ ਸਤਲੁਜ ਸਤਦਰਬ ਇਹਨੂੰ ਆ ਵੇਖਿਆ, ਕਿਉਂਕਿ ਬਿਆਸ ਤੇ ਸਤਲੁਜ ਦੇ ਵਿਚਲਾ ਇਲਾਕਾ ਦੁਆਬਾ ਹੈ। ਜਿਹੜਾ ਦੋ ਆਬਾਂ ਦੇ ਵਿੱਚ ਹੋਵੇ ਉਹਨੂੰ ਦੁਆਬਾ ਕਿਹਾ ਜਾਂਦਾ ਹੈ। ਦੋ ਨਦੀਆਂ ਦੋ ਪਾਣੀਆਂ ਦੇ ਵਿਚਲਾ, ਇਸ ਕਰਕੇ ਬਹੁਤ ਦੁਆਬੇ ਹਨ। ਦੁਆਬਾ ਕੀ, ਜਿਵੇਂ ਹੁਣ ਆਪਾਂ ਤਾਂ ਜਲੰਧਰ ਏਰੀਆ ਨਕੋਦਰੇ ਨੂੰ ਦੁਆਬਾ ਕਹਿੰਦੇ ਹਾਂ, ਦੂਰ ਦੂਰ ਤੱਕ ਦੁਆਬਾ ਪ੍ਰਗਟ ਹੀ ਇੱਥੋਂ ਹੋਇਆ ਹੈ ਕਿ ਦੋ ਨਦੀਆਂ ਦੇ ਵਿਚਲੇ ਏਰੀਏ ਨੂੰ ਦੁਆਬ ਕਿਹਾ ਜਾਂਦਾ। ਦੋ ਆਬ ਤੋਂ ਹੀ ਬਣਿਆ, ਦੋ ਆਬਾ ਦੋ ਪਾਣੀਆਂ ਦਾ ਵਿਚਲਾ ਜਗ੍ਹਾ। ਤੇ ਲੰਘੇ ਤੇ ਸਤਲੁਜ ਆ ਗਿਆ। ਸਤਲੁਜ ਕੋ ਪੁਨ ਆਏ ਨਿਹਾਰੋ, ਇਹਨੂੰ ਆ ਵੇਖਿਆ ਹੈ। ਬਹੁ ਗੰਭੀਰ ਨੀਰਜ ਸਮਾਹੀ, ਜਿਹਦੇ ਵਿੱਚ ਬਹੁਤ ਡੂੰਘਾ ਪਾਣੀ ਚੱਲਦਾ ਹੈ। ਸਤ ਸੰਗਤ ਮੱਜਨ ਕਰ ਤਾਹੀ, ਤਾਂ ਭਾਈ ਸੰਗਤਾਂ ਨੇ ਸਤਲੁਜ ਵਿੱਚ ਸਭ ਨੇ ਫਿਰ ਇਸ਼ਨਾਨ ਕੀਤਾ ਹੈ। ਚੜ ਕਰ ਤਰੀ ਭਏ ਪੁਨ ਪਾਰੀ, ਬੇੜੀਆਂ ਚੜ ਕੇ ਫੇਰੇ ਪਾਰ ਹੋ ਗਏ। ਗਮਨੇ ਸਤਿਗੁਰ ਬਹੁਰ ਅਗਾਰੀ, ਗੁਰੂ ਸਾਹਿਬ ਜੀ ਭਾਈ ਅੱਗੇ ਚੱਲ ਪਏ। ਕਬ ਬੜਵਾ ਚੜ ਕਰਹਿ ਪਿਆਨਾ, ਕਦੇ ਮਹਾਰਾਜ ਬੜਵਾ ਘੋੜੀ ਤੇ ਸਵਾਰ ਹੋ ਕੇ ਚੱਲਦੇ ਹਨ। ਕਬ ਗੁਰ ਗਮਨੈ ਚੜ ਝੰਬਾਨਾ, ਤੇ ਕਦੇ ਗੁਰੂ ਸਾਹਿਬ ਝੰਬਾਨ ਕਹੀਏ ਪਾਲਕੀ ਚ ਬਿਰਾਜਮਾਨ ਹੋ ਕੇ ਚੱਲ ਪੈਂਦੇ ਹਨ। ਪਹੁੰਚੇ ਆਏ ਪਹੋਏ ਥਾਨ, ਚਲਦੇ ਚਲਦੇ ਭਾਈ ਮਹਾਰਾਜ ਪਹੋਵੇ ਪਹੁੰਚੇ ਹਨ। ਜਹਾਂ ਰਿਖਨ ਤਪ ਕੀਨ ਮਹਾਨ, ਜਿੱਥੇ ਰਿਸ਼ੀਆਂ ਮੁਨੀਆਂ ਨੇ ਬਹੁਤ ਵੱਡਾ ਤਪ ਕੀਤਾ ਹੈ। ਏਕ ਨਿਸਾ ਬਸ ਤਹਾਂ ਬਿਤਾਈ, ਇੱਕ ਰਾਤ ਉੱਥੇ ਰਹੇ ਹਨ, ਬਸ ਕੇ ਬਤੀਤ ਕੀਤੇ। ਸਾਰਸਵਤੀ ਪ੍ਰਾਤਹਿ ਸਭ ਨਹਾਈ, ਤੇ ਸਰਸਤੀ ਨਦੀ ਸਾਰਿਆਂ ਨੇ ਫਿਰ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ ਹੈ। ਮੰਗਤ ਜਨ ਦੀਏ ਦਾਨ ਕਨੇਰਾ, ਇੰਨੀਆਂ ਸੰਗਤਾਂ ਗੁਰੂ ਸਾਹਿਬ ਦਾ ਜਸ ਬਹੁਤ ਮੰਗਣ ਵਾਲੇ ਆ ਗਏ ਹੈ। ਮਹਾਰਾਜ ਨੇ ਕਿਰਪਾ ਕੀਤੀ, ਬਹੁਤ ਦਾਨ ਦਿੱਤਾ ਹੈ। ਕਰਿਓ ਕੂਚ ਪੁਨੇ ਆਗੇ ਡੇਰਾ, ਫਿਰ ਭਾਈ ਮਹਾਰਾਜ ਨੇ ਇੱਥੋਂ ਡੇਰਾ ਅੱਗੇ ਕੂਚ ਕਰ ਦਿੱਤਾ। ਪਹੁੰਚੇ ਕੁਰਖੇਤਰ ਤਬ ਆਏ, ਫਿਰ ਅੱਗੇ ਕੁਰਸ਼ੇਤਰ ਆ ਪਹੁੰਚੇ ਹਨ। ਜਹ ਗੁਰ ਨਾਨਕ ਜਿਤੇ ਸਬਾਏ, ਜਿੱਥੇ ਭਾਈ ਸਭ ਨੂੰ ਗੁਰੂ ਨਾਨਕ ਦੇ ਪਾਤਸ਼ਾਹ ਨੇ ਆ ਕੇ ਜਿੱਤਿਆ ਸੀ। ਜਹ ਗੁਰ ਨਾਨਕ ਜਿੱਤੇ ਸਬਾਏ, ਸਭ ਨੂੰ ਜਿੱਤਿਆ। ਉੱਥੇ ਬੜੇ ਬੜੇ ਆਏ, ਨਾਨੂ ਪੰਡਤ ਵਰਗੇ। ਮਹਾਰਾਜ ਨੇ ਸਾਰਿਆਂ ਨੂੰ ਉਪਦੇਸ਼ ਦਿੱਤਾ, ਸਭ ਚਰਨੀ ਲੱਗੇ। ਸਭ ਤੀਰਥ ਅਰ ਨਗਰ ਮਝਾਰਾ, ਸਾਰੇ ਤੀਰਥਾਂ ਔਰ ਨਗਰਾਂ ਦੇ ਵਿੱਚ ਸੁਣ ਸੁਣ ਸੁਧ ਨਰ ਕਰਤ ਉਚਾਰਾ। ਇਹ ਸੁਣ ਸੁਣ ਕੇ ਖਬਰਾਂ ਲੋਕ ਇਉਂ ਕਹਿ ਰਹੇ ਹਨ। ਸ੍ਰੀ ਨਾਨਕ ਤੇ ਤੀਸਰ ਥਾਨ, ਭਾਈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਦੇ ਤੀਸਰੇ ਸਥਾਨ ਤੇ ਬੈਠੇ। ਗਾਦੀ ਗੁਰੂ ਮਹਾਨ, ਇਹ ਗੁਰੂ ਸਾਹਿਬ ਮਹਾਨ ਸਤਿਗੁਰੂ ਹੈ, ਜਿਹੜੇ ਗੁਰੂ ਅਮਰਦਾਸ ਹੁਣ ਗੱਦੀ ਤੇ ਬੈਠੇ ਹਨ। ਤੀਰਥ ਪਾਵਨ ਕਰਬੇ ਆਏ, ਉਹ ਤੀਰਥਾਂ ਨੂੰ ਪਵਿੱਤਰ ਕਰਨ ਵਾਸਤੇ ਪਹੁੰਚੇ ਹਨ। ਮਹਾਜੋਤ ਜਿਮ ਜਗ ਬਿਦਤਾਏ, ਉਹ ਬਹੁਤ ਵੱਡੀ ਜੋਤੀ ਪ੍ਰਕਾਸ਼ ਜੋ ਜਗਤ ਵਿੱਚ ਪ੍ਰਗਟ ਕਰ ਰਹੇ ਨੇ। ਸੰਨਿਆਸੀ ਬ੍ਰਹਮਚਾਰੀ ਬ੍ਰਿੰਦ,
बहुत ही सन्यासी की ब्रह्मचारी की पंडित विद्या बिखे बिलंद। बहुत भाई विद्वान पंडित ਜਿਹੜੇ ਵਿਦਿਆ ਵਿੱਚ ਮਹਾਨ ਸਨ, ਬੈਰਾਗੀ ਆਦਿਕ ਬਹੁ ਭੇਖ। ਫਿਰ ਬੈਰਾਗੀ ਤੇ ਆਦਿਕ ਬੇਅੰਤ ਭੇਖਾਂ ਦੇ, ਚੱਲ ਆਏ ਸਤ ਗੁਰ ਕਹੁ ਦੇਖ। ਗੁਰੂ ਅਮਰਦਾਸ ਜੀ ਨੂੰ ਵੇਖ ਕੇ ਉਹ ਸਭ ਚੱਲ ਕੇ ਆਏ ਹਨ। ਨਰ ਗ੍ਰਸਤੀ ਗੁਰ ਕੇ ਸਿੱਖ ਕੇ, ਤੇ ਕੋਈ ਭਾਈ ਪ੍ਰਾਣੀ ਗ੍ਰਸਤੀ ਜੀਵਨ ਵਾਲੇ ਗੁਰੂ ਕੇ ਸਿੱਖ, ਗੁਰੂ ਦਰਸ਼ ਹਿਤ ਆਏ ਤੇ। ਉਹ ਵੀ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਪਹੁੰਚੇ ਨੇ। ਲੈ ਕਰ ਕੀਰਤਕ ਸ਼ੁਭ ਪਕਵਾਨ, ਤੇ ਕਿੰਨੇ ਹੀ ਚੰਗੇ ਚੰਗੇ ਪਕਵਾਨ ਲੈ ਕਰਕੇ ਉਹ ਆਏ ਹਨ। ਕਿਨਹੂ ਸੁਪਨ ਸੋਲੀਨੇ ਪਾਨ, ਕਿਸੇ ਨੇ ਭਾਈ ਸੁਪਨ ਦੀ ਜਗ੍ਹਾ ਤੇ ਇੱਥੇ ਸੁਮਨ ਸ਼ਬਦ ਹੈ ਕਿ ਕਿਸੇ ਨੇ ਉਹ ਹੱਥਾਂ ਵਿੱਚ ਫੁੱਲ ਫੜੇ ਹੋਏ ਹਨ। ਕੋ ਫਲ ਮੂਲ ਲਿਆਏ ਬੋ ਕਰੈ, ਕੋਈ ਫਲ ਲੈ ਕੇ ਆਉਂਦਾ, ਕੋਈ ਮੂਲ ਕਹੀਏ ਜਿਹੜਾ ਧਰਤੀ ਵਿੱਚ ਪੈਦਾ ਹੋਇਆ ਫਲ, ਉਹ ਇੱਥੋਂ ਹੀ ਜਿਹੜਾ ਮੂਲ ਦਾ ਅਰਥ, ਜਿਵੇਂ ਕੰਦ ਤੇ ਮੂਲ ਦੋ ਸ਼ਬਦ ਆਉਂਦੇ ਨੇ। ਕੋਈ ਰਿਸ਼ੀ ਮੁਨੀ ਕੰਦ ਮੂਲ ਖਾ ਕੇ ਗੁਜ਼ਾਰਾ ਕਰਦੇ, ਕੰਦ ਉਹ ਫਲ ਜਿਹੜਾ ਦਰਖਤ ਦੇ ਉੱਪਰ ਲੱਗਦਾ ਹੈ, ਬਾਹਰ ਦਿਸਦਾ। ਮੂਲ ਫਲ ਹੁੰਦਾ ਜਿਹੜਾ ਧਰਤੀ ਦੇ ਵਿੱਚ ਹੈ। ਇਹ ਮੂਲ ਤੋਂ ਹੀ ਸ਼ਬਦ ਮੂਲੀ ਬਣ ਗਿਆ। ਅਸਲ ਵਿੱਚ ਸਾਰੇ ਹੀ ਫਲ ਮੂਲ ਸ਼ਬਦ ਨੇ, ਮੂਲ ਨੇ ਜਿਹੜੇ ਧਰਤੀ ਵਿੱਚ ਹੁੰਦੇ ਆ। ਪੱਤੇ ਬਾਹਰ, ਗਾਜਰ ਹੈ, ਚਾਹੇ ਸ਼ਲਗਮ ਹੈ, ਮੂੰਗਫਲੀ ਹੈ, ਹੋਰ ਕਿੰਨੇ ਹੀ ਨੇ ਜੋ ਧਰਤੀ ਦੇ ਵਿੱਚ ਉਹਨਾਂ ਨੂੰ ਮੂਲ ਕਿਹਾ ਜਾਂਦਾ ਹੈ। ਕੋ ਫਲ ਮੂਲ ਲਿਆਏ ਬਿਉ ਕਰੈ, ਕੋਈ ਭਾਈ ਫਲ ਕੋਈ ਮੂਲ ਲਿਆ ਰਿਹਾ ਹੈ। ਚਾਰੋ ਵਰਨ ਭੇਟ ਕੋ ਧਰੈ, ਚਾਰੇ ਵਰਨਾਂ ਦੇ ਹੀ ਲੋਕ ਸਤਿਗੁਰਾਂ ਨੂੰ ਆ ਕੇ ਭੇਟਾ ਧਰ ਰਹੇ ਹਨ। ਦਰਸ ਹੈ ਸਤਿਗੁਰ ਕਰ ਕਰ ਨਮੋ, ਨਮਸਕਾਰ ਕਰ ਕਰਕੇ ਗੁਰੂ ਅੱਗੇ ਭੇਟਾ ਰੱਖਦੇ, ਦਰਸ਼ਨ ਕਰਦੇ ਨੇ। ਭਈ ਭੀਰ ਭਾਰੀ ਤਿਸ ਸਮੋ, ਉਸ ਸਮੇਂ ਬਹੁਤ ਇਕੱਠ ਮਹਾਰਾਜ ਕੋਲ ਹੋ ਗਿਆ। ਦੇਖਤ ਸਰਬ ਪ੍ਰਤਾਪ ਚਿਹਰੇ, ਤੇ ਸਾਰੇ ਮਹਾਰਾਜ ਦਾ ਉੱਚਾ ਵੱਡਾ ਪ੍ਰਤਾਪ ਵੇਖ ਕੇ ਧਰਿਓ ਰੂਪ ਜਨ ਗਿਆਨ ਵਡੇਰੇ। ਕਿਉਂ ਜਾਣੋ ਕਿ ਗਿਆਨ ਨੇ ਹੀ ਆਪਣਾ ਵੱਡਾ ਸਰੂਪ ਧਾਰਿਆ ਹੋਇਆ ਹੈ। ਪੰਡਤ ਅਰ ਸੰਨਿਆਸੀ ਬ੍ਰਿੰਦ, ਫਿਰ ਭਾਈ ਬਹੁਤ ਹੀ ਸਾਰੇ ਪੰਡਤ ਕੀ ਸੰਨਿਆਸੀ ਕੀ ਢਿੱਗ ਬੈਠੇ ਅਹੰਕਾਰ ਬਲਿੰਦ। ਵੱਡਾ ਜਿਹੜਾ ਅਹੰਕਾਰ ਧਾਰ ਕੇ ਉਹ ਵੀ ਮਹਾਰਾਜ ਕੋਲੇ ਆ ਬੈਠੇ। ਸ੍ਰੀ ਸਤਿਗੁਰ ਕੋ ਦਰਸ਼ਨ ਕਰਿਓ, ਉਹਨਾਂ ਨੇ ਸ੍ਰੀ ਗੁਰੂ ਅਮਰਦਾਸ ਜੀ ਦਾ ਦਰਸ਼ਨ ਕੀਤਾ ਹੈ। ਕਰ ਬੰਧਨ ਕੋ ਪ੍ਰਸ਼ਨ ਉਚਰਿਓ, ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬੰਦਨਾ ਕੀਤੀ ਹੈ। ਪ੍ਰਸ਼ਨ ਕਰਦੇ ਨੇ ਮਹਾਰਾਜ ਨੂੰ, ਕਿਆ ਦੱਸੋ ਜੀ, ਇਹ ਆਪਣੀ ਵਿਦਿਆ ਵਿੱਚ ਹਰਾਉਣਾ ਚਾਹੁੰਦੇ ਆ, ਪਰ ਸਮਰੱਥ ਜਿੱਥੋਂ ਸਾਰੀਆਂ ਵਿਦਿਆ ਪੈਦਾ ਹੋਈਆਂ ਉਹਨੂੰ ਭਾਈ ਕੌਣ ਹਰਾ ਸਕਦਾ ਹੈ। ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ। ਆਓ ਹੁਣ ਟਾਈਮ ਹੋ ਗਿਆ ਹੈ ਸਮਾਪਤੀ ਦਾ। ਭੁੱਲ ਚੁੱਕ ਦੀ ਖਿਮਾ। ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।